ਗੁੱਡ ਮਾਰਨਿੰਗ ਸਟੂਡੈਂਟਸ, ਮੈਂ ਆਸ਼ਿਮ ਮਿੱਤਲ ਬ੍ਰੇਨ ਮੇਕਰ ਕੋਚਿੰਗ ਕਲਾਸਿਸ ਦੇ ਆਨਲਾਈਨ ਪਲੇਟਫਾਰਮ ਤੇ ਤੁਹਾਡਾ ਸਵਾਗਤ ਕਰਦਾ। ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਬੱਚੇ ਅਸੀਂ ਐਨਟੀਟੀ ਦੇ ਰਿਲੇਟਡ ਟੌਪਿਕਸ ਕਰ ਰਹੇ ਹਾਂ ਤੇ ਆਪਣਾ ਐਨਟੀਟੀ ਦਾ ਐਗਜ਼ਾਮ ਗਵਰਨਮੈਂਟ ਵੱਲੋਂ 27 ਜੂਨ ਜਿਹੜਾ ਹੈ ਦੱਸਿਆ ਗਿਆ ਹੈ ਕਿ 27 ਜੂਨ ਨੂੰ ਐਗਜ਼ਾਮ ਹੋਏਗਾ। ਤਾਂ ਜਿਹੜੇ ਟੌਪਿਕਸ ਦੇਖੋ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਉਹਨਾਂ ਦਾ ਕੰਮ ਕਰਵਾਈਏ ਤੁਹਾਨੂੰ ਇੱਕ ਵਾਰ ਜਿੰਨਾ ਤੁਹਾਡੇ ਪੇਪਰ ਦੇ ਪੁਆਇੰਟ ਆਫ View ਨਾਲ ਇੰਪੋਰਟੈਂਟ ਹੈ, ਤੁਹਾਡੇ ਪੇਪਰ ਦੇ ਪੁਆਇੰਟ ਆਫ View ਨਾਲ ਸਫੀਸ਼ੀਐਂਟ ਹੈ। ठीक है, ज्यादा डेप्थ अदों करांगे ਅਸੀਂ ਇਹਨਾਂ ਟੌਪਿਕਸ ਨੂੰ ਹੀ ਹੋਰ ਡੈਪਥ ਜੇ ਕਰਨਾ ਹੋਇਆ ਤਾਂ ਅਸੀਂ ਸ਼ੁਰੂ ਕਰਾਂਗੇ। ਜੇਕਰ ਤੁਹਾਡਾ ਪੇਪਰ ਕੋਈ 27 ਜੂਨ ਤੋਂ ਐਕਸਟੈਂਡ ਹੋ ਜਾਂਦਾ ਹੈ ਤਾਂ ਆਪਾਂ ਇਸ ਟੌਪਿਕਸ ਨੂੰ ਹੋਰ ਜ਼ਿਆਦਾ ਡਿਟੇਲ ਦੇ ਵਿੱਚ ਇਸ YouTube ਚੈਨਲ ਤੇ ਕਰਾਂਗੇ। ਅੱਜ ਦੇਖੋ, ਅੱਜ ਦਾ ਆਪਣਾ ਟੌਪਿਕ ਹੈ ਬਹੁਤ ਹੀ ਇੰਪੋਰਟੈਂਟ ਟੌਪਿਕ ਹੈ ਕਿ ਹੈ ਆਰਗੇਨਾਈਜੇਸ਼ਨ ਆਫ ਚਾਈਲਡ ਕੇਅਰ ਸਰਵਿਸ, ਕਿ ਉਹ ਸੰਸਥਾਵਾਂ ਜਿਹੜੀ ਚਾਈਲਡ ਕੇਅਰ ਨਾਲ ਰਿਲੇਟਡ ਹੈ। ਹੁਣ ਆਪਾਂ ਇਹਦੇ ਵਿੱਚ ਦੇਖੋ, ਇਹਦੇ ਵਿੱਚ ਆਪਾਂ ਗੱਲ ਕਰੀਏ ਜੇ ਮੈਂ ਬੇਸਿਕਲੀ ਗੱਲ ਨੂੰ ਸਮਝਾਂ ਤਾਂ ਇਹਦੇ ਵਿੱਚ ਆਪਾਂ ਦੋ ਤਰੀਕੇ ਨਾਲ ਗੱਲ ਕਰ ਸਕਦੇ ਹਾਂ, ਦੋ ਤਰੀਕੇ ਦੇ ਬੱਚਿਆਂ ਦੀ ਗੱਲ ਕਰਦੇ ਹਾਂ। ਇੱਕ ਤਾਂ ਉਹ ਬੱਚੇ ਜਿਨ੍ਹਾਂ ਦੇ ਪੇਰੈਂਟਸ ਨਹੀਂ ਹੈਗੇ ਜਾਂ ਜਿਨ੍ਹਾਂ ਦੇ ਪੇਰੈਂਟਸ ਬੱਚਿਆਂ ਦੀ ਜਿਹੜੀ ਹੈਗੇ ਕੇਅਰ ਨਹੀਂ ਕਰ ਰਹੇ, ਜਾਂ ਗਰੀਬ ਹੈ, ਪਾਵਰਟੀ ਲਾਈਨ ਤੋਂ ਨੀਚੇ ਚੱਲ ਰਿਹਾ ਹੈ, ਬਿਲੋ ਪਾਵਰਟੀ ਲਾਈਨ ਚੱਲ ਰਿਹਾ ਹੈ। ਇੱਕ ਤਾਂ ਉਹ ਬੱਚਿਆਂ ਦੀ ਗੱਲ ਕਰ ਸਕਦੇ ਹਾਂ। ਇੱਕ ਇਹਦੇ ਵਿੱਚ ਅੱਜ ਦੇ ਸਮੇਂ ਮਾਡਰਨ ਟਾਈਮ ਦੇ ਵਿੱਚ ਅਸੀਂ ਉਹਨਾਂ ਬੱਚਿਆਂ ਨੂੰ ਵੀ ਇਨਕਲੂਡ ਕਰ ਸਕਦੇ ਹਾਂ, ਇਹਨਾਂ ਸਰਵਿਸਿਜ਼ ਦੇ ਵਿੱਚ ਉਹਨਾਂ ਬੱਚਿਆਂ ਨੂੰ ਵੀ ਇਨਕਲੂਡ ਕਰ ਸਕਦੇ ਹਾਂ ਜਿਨ੍ਹਾਂ ਦੇ ਪੇਰੈਂਟਸ, ਜਿਨ੍ਹਾਂ ਦੀਆਂ ਮਦਰਸ, ਬੇਸਿਕਲੀ ਮਦਰਸ ਜਿਹੜੀਆਂ ਹੈਗੀਆਂ ਜਿਨ੍ਹਾਂ ਨੂੰ ਜੌਬਸ ਤੇ ਜਾਣਾ ਪੈਂਦਾ, ਛੋਟੇ ਬੱਚੇ ਹੈ ਜਿਨ੍ਹਾਂ ਦੀ ਮਦਰਸ ਨੂੰ ਜੌਬ ਤੇ ਜਾਣਾ ਪੈਂਦਾ, ਬੱਚਿਆਂ ਨੂੰ ਘਰ ਛੱਡ ਕੇ ਜਾਣਾ ਪੈਂਦਾ ਹੈ, ਉਹਨਾਂ ਦੀ ਕੇਅਰ ਦੇ ਲਈ, ਠੀਕ ਹੈ ਨਾ, ਉਹਨਾਂ ਦੀ ਕੇਅਰ ਦੇ ਲਈ ਜਿਹੜਾ ਹੈਗਾ ਉਹਨਾਂ ਨੂੰ ਛੱਡਣਾ ਪੈਂਦਾ ਹੈ। ਉਹ ਸਾਰੀਆਂ ਸਰਵਿਸ ਉਹਨਾਂ ਸਾਰਿਆਂ ਬੱਚਿਆਂ ਨੂੰ ਚੰਗੀਆਂ ਸਰਵਿਸਿਜ਼ ਪ੍ਰੋਵਾਈਡ ਕਰਨ ਦੇ ਲਈ, ਉਹਨਾਂ ਸਾਰਿਆਂ ਬੱਚਿਆਂ ਨੂੰ ਜਿਹੜਾ ਹੈਗਾ ਚੰਗੀ ਹੈਲਥ ਪ੍ਰੋਵਾਈਡ ਕਰਨ ਦੇ ਲਈ, ਉਹਨਾਂ ਦੇ ਬੱਚਿਆਂ ਨੂੰ ਐਜੂਕੇਸ਼ਨ ਪ੍ਰੋਵਾਈਡ ਕਰਨ ਲਈ, ਐਜੂਕੇਸ਼ਨ ਦਾ ਬੇਸ ਤਿਆਰ ਕਰਨ ਦੇ ਲਈ, ਠੀਕ ਹੈ। ਜਾਂ ਜਿਹੜੇ ਬੱਚਿਆਂ ਦਾ ਪ੍ਰੋਪਰ ਧਿਆਨ ਨਹੀਂ ਰੱਖਿਆ ਜਾ ਰਿਹਾ, ਜਿਹੜੇ ਬੱਚਿਆਂ ਨੂੰ ਪ੍ਰੋਪਰਲੀ ਫੈਸਿਲਿਟੀ ਨਹੀਂ ਮਿਲ ਰਹੀਆਂ, ਠੀਕ ਹੈ, ਜਿਹੜੇ ਬੱਚੇ ਯਤੀਮ ਕਹਿ ਸਕਦੇ ਹੋ, ਜਿਹੜੇ ਬੱਚੇ ਸਟਰੀਟ ਚਾਈਲਡ ਕਹਿ ਸਕਦੇ ਹੋ, ਉਹ ਬੱਚੇ ਜਿਹੜੇ ਅੰਡਰ ਪ੍ਰਿਵਿਲੇਜ ਵਿਲੇजेस ਨਾਲ ਜਿਹੜੇ ਰਿਲੇਟਡ ਬੱਚੇ ਹੈਗੇ ਆ, ਉਹਨਾਂ ਸਾਰਿਆਂ ਬੱਚਿਆਂ ਦੀ ਕੇਅਰਿੰਗ ਦੇ ਲਈ ਕੁਝ ਨॉन गवर्नमेंट ऑर्गेनाइजेशन एनजीओज, ठीक है ना, कुछ प्राइवेट संस्थावां ने कुछ एनजीओ स्थापित कीतियां, नॉन गवर्नमेंट ऑर्गेनाइजेशन स्थापित कीतियां, जिन्हां दा बेसिकली मोटिव की सीगा इन्हां बच्चियां दी केयर करनी, चाहे वो हेल्थ वाइज होवे, चाहे वो एजुकेशन वाइज होवे, चाहे आपां उहनूं कह सकदे हां कि वो जिहड़ी केयर है आपां कोई प्रॉब्लम दे टाइम, कोई नीड दे टाइम बच्चों की हेल्प करना। इस तो इलावा कुछ होर जिवें जिवें टाइम निकलदा रहा कुछ होर संस्थावां भी साडे सामने आईयां जिहड़ियां उन्हां बच्चियां दियां, मतलब जिन्हां दे पेरेंट्स किसी भी रीजन, फाइनैशियल रीजन के कारण बच्चों की जी है कोई सर्जरी है, कोई मैडिकल प्रॉब्लम है, कोई मेडिसिन है, ठीक है, वो प्रोवाइड नहीं कर सकते सीगे, तां इह एनजीओस अगे आईयां, इन्हां ने इनिशिएट लिया उन्हां बच्चों की केयर करने लई, उन्हां बच्चों की हेल्थ की केयर करने दे लई इन्हां एनजीओस ने ਅੱਗੇ ਆ ਕੇ ਇਨੀਸ਼ੀਏਟਿਵ ਲਿੱਤੇ। ਅੱਜ ਆਪਾਂ ਉਹਨਾਂ ਸਾਰੀਆਂ ਐਨਜੀਓਜ਼ ਦੀ ਹੀ ਗੱਲ ਕਰਾਂਗੇ ਕਿ ਕਿਹੜੀ ਐਨਜੀਓਜ਼ ਹੈ, ਕਦੋਂ ਬਣੀਆਂ, ਠੀਕ ਹੈ, ਤੇ ਇਹਨਾਂ ਦਾ ਬੇਸਿਕ ਕੰਮ ਕੀ ਹੈ। ਦੇਖੋ, ਤੁਸੀਂ ਜੇ ਨਾਰਮਲੀ ਗੱਲ ਕਰੋ ਕਿ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਕਿ ਕੋਵਿਡ ਜਿਹੜਾ ਹੈਗਾ, ਕੋਵਿਡ-19 ਦੀ ਜੇ ਆਪਾਂ ਗੱਲ ਕਰੀਏ ਤਾਂ ਕੋਵਿਡ-19 ਦੇ ਵਿੱਚ ਬਹੁਤ ਪਰਸਨਸ ਦੀ ਜੌਬਸ ਚਲੇ ਗਈਆਂ, ठीक है ना, बहुत ਜਿਹੜੇ ਹੈਗੇ ਲੋਕ ਜਿਹੜੇ ਹੈਗੇ ਬਿਮਾਰੀ ਦੇ ਸ਼ਿਕਾਰ ਹੋ ਗਏ, ਬਹੁਤਿਆਂ ਦੇ ਜਿਹੜੇ ਬੱਚੇ, ਬਹੁਤਿਆਂ ਦੇ ਜਿਹੜੇ ਪੇਰੈਂਟਸ ਹੈ ਉਹ ਡੈਥ ਹੋ ਗਈ ਉਹਨਾਂ ਦੀ, ਠੀਕ ਹੈ। ਬਹੁਤੇ ਪੇਰੈਂਟਸ ਇਸ ਤਰ੍ਹਾਂ ਦੇ ਹੈ ਜਿਹੜੇ ਆਪਣੇ ਬੱਚਿਆਂ ਦਾ ਇਲਾਜ ਨਹੀਂ ਕਰਾ ਪਾ ਰਹੇ। ਤੁਸੀਂ ਦੇਖ ਰਹੇ ਹੋ ਰੋਜ਼ ਨਿਊਜ਼ ਦੇ ਵਿੱਚ, ਤੁਸੀਂ ਸੁਣ ਰਹੇ ਹੋ ਕਿ ਕਿੰਨੀਆਂ ਐਨਜੀਓਜ਼ ਜਿਹੜੀਆਂ ਹੈਗੀਆਂ ਇਸ ਕੰਮ ਦੇ ਵਿੱਚ ਮੂਹਰੇ ਆਈਆਂ, ਕੋਈ ਫੂਡ ਪ੍ਰੋਵਾਈਡ ਕਰ ਰਿਹਾ ਹੈ, ਕੋਈ ਮੈਡੀਸਿਨ ਪ੍ਰੋਵਾਈਡ ਕਰ ਰਿਹਾ ਹੈ, ਠੀਕ ਹੈ, ਕੋਈ ਜਿਹੜਾ ਹੈਗਾ ਵੈਕਸੀਨੇਸ਼ਨ ਪ੍ਰੋਵਾਈਡ ਕਰ ਰਿਹਾ ਹੈ, ਹਰ ਇੱਕ ਤਰ੍ਹਾਂ ਦੀ ਹੈਲਪ। ਉਸੇ ਤਰ੍ਹਾਂ ਆਪਾਂ ਉਹਨਾਂ ਐਨਜੀਓਜ਼ ਦੀ ਗੱਲ ਕਰਾਂਗੇ ਕਿ ਜਿਹੜੀਆਂ ਐਨਜੀਓਜ਼ ਇਸ ਕੰਮ ਦੇ ਵਿੱਚ ਮੂਹਰੇ ਆਈਆਂ। ਤਾਂ ਦੇਖੋ, ਸਭ ਤੋਂ ਪਹਿਲਾਂ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਆਪਾਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਕਰਾਈ ਫਾਊਂਡੇਸ਼ਨ ਦੀ, ਠੀਕ ਹੈ। ਤੁਹਾਨੂੰ ਪੇਪਰ ਦੇ ਵਿੱਚ ਆ ਸਕਦਾ ਹੈ ਕਿ ਕਰਾਈ ਫਾਊਂਡੇਸ਼ਨ ਦਾ ਹੈੱਡ ਕੌਣ ਹੈ, ਤੁਹਾਨੂੰ ਪੇਪਰ ਦੇ ਵਿੱਚ ਆ ਸਕਦਾ ਹੈ ਕਰਾਈ ਦੀ ਫੁੱਲ ਫਾਰਮ ਕੀ ਹੈ, ਤੁਹਾਨੂੰ ਪੇਪਰ ਦੇ ਵਿੱਚ ਆ ਸਕਦਾ ਹੈ ਇਹਦੀ ਫਾਊਂਡੇਸ਼ਨ ਹੋਈ ਕਰ। ਤਾਂ ਕਰਾਈ ਦੀ ਫੁੱਲ ਫਾਰਮ ਕੀ ਹੈ, ਚਾਈਲਡ ਰਾਈਟਸ एंड यू, ਇਹਦਾ ਕੀ ਮਤਲਬ ਹੈ, ਚਾਈਲਡ ਰਾਈਟਸ ਐਂਡ ਯੂ ਇਹਦਾ ਫੁੱਲ ਫਾਰਮ ਹੈ। ਦੇਖੋ, ਇਹਦੀ ਜਿਹੜੀ ਫਾਊਂਡੇਸ਼ਨ, ਇਹ ਜਿਹੜਾ ਬੇਸਿਕਲੀ ਹੈ 1970s, ठीक है, 1970s ਚ ਚੱਲ ਰਹੀ ਹੈ, ਠੀਕ ਹੈ। ਜੇ ਮੈਂ ਐਗਜ਼ੈਕਟ ਕਹਾਂ ਤਾਂ 1979 ਤੁਸੀਂ ਕਹਿ ਸਕਦੇ ਹੋ ਕਿ ਜਿਹੜੀ ਕਰਾਈ ਫਾਊਂਡੇਸ਼ਨ ਹੈ ਨਾ, ਇਹਦੀ ਸਥਾਪਨਾ ਹੋਈ। ਮੈਂ 1970s ਕਿਉਂ ਕਿਹਾ, ਕਿਉਂਕਿ ਇਸ ਤੋਂ ਪਹਿਲਾਂ ਜਦੋਂ ਇਹ ਕਰਾਈ ਫਾਊਂਡੇਸ਼ਨ ਨਹੀਂ ਬਣੀ ਸੀਗੀ ਤਾਂ ਉਸ ਤੋਂ ਪਹਿਲਾਂ ਵੀ ਇਸ ਰਿਲੇਟਡ ਕੰਮ 1970s ਦੇ ਵਿੱਚ ਸ਼ੁਰੂ ਕਰ ਦਿੱਤੇ ਗਏ ਸੀਗੇ।
ठीक है ना। पर हौली हौली इनू एक प्रॉपर संस्था बना दी गई, प्रॉपर इनू एक ऑर्गेनाइजेशन बना दी गई जिहड़ी अज भी इंडिया दे विच अज भी बच्चों के लिए काम कर रही है। ते ये संस्था वो संस्था है जिहड़ी जिसनों असीं मोस्ट ट्रस्टवर्दी संस्था कह सकते हैं अज के समय। जे मैं गल करा कि मोस्ट ट्रस्टवर्दी संस्था किहड़ी है तो मैं की गल करांगा, क्राई फाउंडेशन की गल करांगा। हुण देखो इहदे विच इहदा हैड लिखो, इहदे हैड लिख लो, इहदा हैड कौन सीगे, रिपन, ਇਹਦੇ ਹੈਡ ਕੌਣ ਸੀਗੇ, ਰਿਪਨ ਕਪੂਰ। ਦੇਖੋ ਰਿਪਨ ਕਪੂਰ ਨਾ ਇੱਕ ਪਰਸਨ ਸੀਗੇ ਜਿਨ੍ਹਾਂ ਨੇ ਇੱਕ ਡ੍ਰੀਮ ਦੇਖਿਆ ਸੀ। ਇਹਨਾਂ ਨੇ ਇਸ ਪਰਸਨ ਨੇ ਫਾਊਂਡਰ ਹੈ ਇਹਦੇ, ਇਹ ਪਰਸਨ ਹੈ ਰਿਪਨ ਜਿਹੜੇ ਹੈਗੇ ਕਪੂਰ। ਇਹਨਾਂ ਨੇ ਇੱਕ ਡ੍ਰੀਮ ਦੇਖਿਆ ਕਿ ਕੋਈ ਵੀ ਜਿਹੜਾ ਬੱਚਾ ਹੈਗਾ, ਠੀਕ ਹੈ, ਕਿਸੇ ਵੀ ਬੱਚਾ ਜਿਹੜਾ ਹੈਗਾ ਉਹਨੂੰ ਜਿਹੜਾ ਕਿਤੇ ਕੰਮ ਨਾ ਕਰਨਾ ਪਵੇ ਛੋਟੀ ਉਮਰ ਦੇ ਵਿੱਚ, ਉਹਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਦਾ ਸਾਹਮਣਾ ਨਾ ਕਰਨਾ ਪਵੇ, ਠੀਕ ਹੈ, ਉਹਨੂੰ ਹਰ ਜਗ੍ਹਾ ਤੇ ਪਾਰਟਿਸਿਪੇਸ਼ਨ ਹੋਵੇ, ਸਰਵਾਈਵ ਦੀ ਉਹਨੂੰ ਜਿਹੜਾ ਹੈਗਾ ਰਾਈਟ ਮਿਲੇ। ਇਹਨਾਂ ਨੇ ਇੱਕ ਸੁਪਨਾ ਦੇਖਿਆ ਇਸ ਚੀਜ਼ ਦਾ ਕਿ ਆਪਾਂ ਇਹਨਾਂ ਨੂੰ ਇਸ ਚੀਜ਼ ਨੂੰ ਪੂਰਾ ਹੋਣਾ ਚਾਹੀਦਾ ਹੈ। ਕੋਈ ਸਟਰੀਟ ਚਾਈਲਡ ਭੁੱਖਾ ਨਹੀਂ ਰਹਿਣਾ ਚਾਹੀਦਾ, ਕੋਈ ਹਰੇਕ ਸਟਰੀਟ ਚਾਈਲਡ ਨੂੰ ਐਜੂਕੇਸ਼ਨ ਮਿਲਣੀ ਚਾਹੀਦੀ ਹੈ। ਤਾਂ ਇਸ ਲੈਵਲ ਤੇ ਇਹਨਾਂ ਨੇ ਇੱਕ ਵਾਰ ਛੋਟੇ ਲੈਵਲ ਤੇ ਇਹਨਾਂ ਨੇ ਸੁਪਨਾ ਦੇਖਿਆ, ਠੀਕ ਹੈ। ਉਸ ਤੋਂ ਬਾਅਦ ਇਹਨਾਂ ਨੇ ਹੌਲੀ ਹੌਲੀ ਖੁਦ ਜਿਹੜਾ ਹੈਗਾ ਕੁਝ ਫਰੈਂਡਸ ਨਾਲ ਮਿਲ ਕੇ ਇਹਨਾਂ ਨੇ ਇੱਕ ਸੰਸਥਾ ਇਸ ਚੀਜ਼ ਨੂੰ ਚਲਾਉਣਾ ਸ਼ੁਰੂ ਕਰ ਦਿੱਤਾ ਕਿ ਜਿਹੜੇ ਵੀ ਬੱਚੇ ਅੰਡਰ ਪ੍ਰਿਵਿਲੇਜ ਸੀਗੇ, ਜਿਹੜੇ ਵੀ ਬੱਚੇ ਸਟਰੀਟ ਚਾਈਲਡ ਸੀਗੇ, ਉਹਨਾਂ ਦੇ ਲਈ ਇਹਨਾਂ ਨੇ ਕੁਝ ਪੈਸਾ ਆਪਸ ਦੇ ਵਿੱਚ ਫਰੈਂਡਸ ਨੇ ਪੈਸਾ ਕਲੈਕਟ ਕੀਤਾ ਤੇ ਇਹਨਾਂ ਨੇ ਉਹਨਾਂ ਦੀ ਹੈਲਪ ਦੇ ਲਈ ਛੋਟੇ ਲੈਵਲ ਤੇ ਹਜੇ ਗੱਲ ਕਰ ਰਹੇ ਹਾਂ ਕਿ ਉਹਨਾਂ ਦੀ ਹੈਲਪ ਦੇ ਲਈ ਇਹਨਾਂ ਨੇ ਵੱਖਰੇ ਵੱਖਰੇ ਕੰਮ ਕਰਨੇ ਸ਼ੁਰੂ ਕਰ ਦਿੱਤੇ। ਇਹਨਾਂ ਨੇ ਇੱਕ ਨਾ ਕਲੱਬ ਬਣਾ ਲਿਆ ਸੀਗਾ, ਸੋਸ਼ਲ ਕਲੱਬ ਬਣਾਇਆ ਇਹਨਾਂ ਨੇ ਫਰੈਂਡਸ ਨਾਲ ਮਿਲ ਕੇ, ਸੋਸ਼ਲ ਕਲੱਬ ਨੂੰ ਜੁਆਇਨ ਕਰ ਲਿਆ। ਜਿਹਦੀ ਹੁਣ ਦੇਖੋ ਹੁਣ ਆਪਾਂ ਕੋਈ ਆਰਗੇਨਾਈਜੇਸ਼ਨ ਬਣਾ ਲਈ ਤਾਂ ਇਹਦੀ ਫੰਡਿੰਗ ਦੀ ਵੀ ਲੋੜ ਹੈ ਨਾ, ਤਾਂ ਹੁਣ ਗਵਰਨਮੈਂਟ ਤਾਂ ਹੈ ਨਹੀਂਗਾ, ਠੀਕ ਹੈ ਨਾ, ਹੁਣ ਗਵਰਨਮੈਂਟ ਤਾਂ ਹੈ ਨਹੀਂਗਾ ਤਾਂ ਫੰਡ ਤਾਂ ਇਹਨਾਂ ਨੂੰ ਇਕੱਠੇ ਹੀ ਕਰਨੇ ਪੈਣਗੇ। ਤਾਂ ਇਹਨਾਂ ਨੇ ਸ਼ੁਰੂਆਤ ਦੇ ਵਿੱਚ ਜਿਹੜਾ ਸੋਸ਼ਲ ਕਲੱਬ ਜੁਆਇਨ ਕੀਤਾ ਸੀਗਾ, ਇਹਦੀ ਫੰਡਿੰਗ ਕਿਵੇਂ ਕੀਤੀ ਗਈ, ਇਹਦੀ ਫੰਡਿੰਗ ਕਿਵੇਂ ਕੀਤੀ ਗਈ, ਦੁੱਧ ਵੇਚ ਕੇ। ਇਹ ਕੀ ਕਰਦੇ ਸੀ, ਸਾਰੇ ਲੋਕ ਮਿਲਕ ਸੇਲ ਕਰਦੇ ਸੀਗੇ। ਜਿਹੜਾ ਪੈਸਾ ਉੱਥੋਂ ਬਣਦਾ ਸੀਗਾ, ਜਿਹੜਾ ਪੈਸਾ ਉਹਦੇ ਵਿੱਚ ਬਚਦਾ ਸੀਗਾ, ਇਹ ਉਸ ਪੈਸੇ ਦੇ ਨਾਲ ਕੀ ਹੈ ਬੱਚਿਆਂ ਦੀ ਹੈਲਪ ਕਰਨਾ ਸ਼ੁਰੂ ਕਰਦੇ ਸੀਗੇ। ਇਹਨਾਂ ਦਾ ਕੰਮ ਕੀ ਸੀਗਾ, ਛੋਟੇ ਲੈਵਲ ਦੇਖੋ ਅਭੀ ਦੁੱਧ ਵੇਚ ਰਹੇ ਸੀ। 1979 ਜਿਹੜੀ ਤੁਹਾਨੂੰ ਐਗਜ਼ੈਕਟ ਡੇਟ ਬੋਲੀ ਹੈ, 1979 ਦੇ ਵਿੱਚ ਕੀ ਹੋਇਆ, ਇਹਨਾਂ ਦੇ ਫਰੈਂਡਸ 6 ਫਰੈਂਡਸ ਇਹਨਾਂ ਦੇ ਘਰ ਆਏ, ਕਲੀਅਰ, ਤੇ ਇਹਨਾਂ ਦੀ ਮਦਰ ਦੇ ਸਾਹਮਣੇ ਟੇਬਲ ਦੇ ਉੱਪਰ ਸਾਰੇ ਬੈਠੇ, ਇਹਨਾਂ ਦੀ ਮਦਰ ਦੇ ਸਾਹਮਣੇ 50 ਰੁਪਏ ਦੇ ਵਿੱਚ, ਉਦੋਂ ਇਹਨਾਂ ਕੋਲ ਪੈਸਾ ਕਿੰਨਾ ਸੀਗਾ, 50 ਰੁਪਏ, ਠੀਕ ਹੈ, 50 ਰੁਪਏ ਦੇ ਵਿੱਚ ਇਹਨਾਂ ਨੇ ਜਿਹੜਾ ਹੈਗਾ ਇਹ ਜਿਹੜਾ ਸਾਰਾ ਇੱਕ ਵਿਚਾਰਧਾਰਾ ਬਣਾਈ। ਤੇ ਇਹਨਾਂ ਨੇ ਕਿਹੜੀ ਫਾਊਂਡੇਸ਼ਨ ਦਾ ਕੰਮ ਸ਼ੁਰੂ ਕਰਤਾ, ਇਹਨਾਂ ਨੇ ਕਿਹੜੀ ਫਾਊਂਡੇਸ਼ਨ ਬਣਾ ਲਈ, क्राई फाउंडेशन चाइल्ड राइट्स एंड यू। इन्होंने एक फाउंडेशन बनाती, नॉन ऑर्गेनाइजेशन संस्था बनाती इन्होंने, जिहदे विच इन्होंने गल कीती कि असीं लोकां दी हेल्प दे लई काम करांगे। चलो हुण ये बन गई 79 दे विच बेसिकली इस चीज़ बारे गल शुरू हो गई। हुण फंडिंग की लोड़ सी। हुण देखो पहला छोटे लेवल पे सोशल क्लब ज्वाइन करके इन्होंने देख चुके हैं कि छोटे लेवल पे जो आपां काम करांगे तो पैसा कलैक्ट करना कितना मुश्किल है, ठीक। तो हुण इन्हां ने की एम किया कि आपां जिहड़ा पैसा हैगा ये छोटे लेवल ते नहीं करांगे, ये जिहड़ी फाउंडेशन है इहनूं छोटे लेवल ते नहीं करांगे, जबकि इहदे विच जिहड़े इन्वेस्टर्स हुंदे है, ठीक है, जिहड़े इन्वेस्टर्स हुंदे है उन्हां नूं ऐड करांगे, इन्वेस्टर्स नूं असीं हौली हौली ऐड करांगे, उन्हां नूं अपने वल खिच्चांगे ताकि जिहड़े हैगे है वो इहदे विच इंक्लूड कर सकन, इहदे विच जिहड़े हैगे इहदे विच आ सकन, उन्हां तों पैसा मिल सके ते असीं जिहड़ा हैगा इस फाउंडेशन नूं वड्डे लेवल ते लैके जा सकीए। जिस तरह उन्हां ने सोचिया सी, जिहड़ा उन्हां दा सुपना सी, उसे तरीके नाल ये फाउंडेशन चली ते अज भी 1994 ਦੇ ਵਿੱਚ 1994 ਦੇ ਵਿੱਚ ਜਿਹੜਾ ਰਿਪਨ ਕਪੂਰ ਹੈ ਇਹਨਾਂ ਦੀ ਕੀ ਹੋ ਜਾਂਦੀ ਹੈ, ਇਹਨਾਂ ਦੀ ਡੈਥ ਹੋ ਜਾਂਦੀ ਹੈ, ਇਹਨਾਂ ਦੀ ਕੀ ਹੋ ਜਾਂਦੀ ਹੈ, ਡੈਥ ਹੋ ਜਾਂਦੀ ਹੈ। ਪਰ ਫਿਰ ਵੀ ਇਹ ਫਾਊਂਡੇਸ਼ਨ ਉਸੇ ਤਰੀਕੇ ਨਾਲ ਵਰਕ ਕਰ ਰਹੀ ਹੈ। ਅੱਜ ਵੀ ਬੱਚਿਆਂ ਦੇ ਲਈ ਉਸੇ ਤਰੀਕੇ ਨਾਲ ਇਹ ਫਾਊਂਡੇਸ਼ਨ ਜਿਹੜੀ ਹੈ ਪ੍ਰੋਪਰਲੀ ਵਰਕ ਕਰ ਰਹੀ ਹੈ। ਨੈਕਸਟ ਹੁਣ ਆਪਾਂ ਗੱਲ ਕਰੀਏ ਇਸ ਫਾਊਂਡੇਸ਼ਨ ਨੇ ਕੁਝ ਜਿਹੜੇ ਹੈਗੇ ਕੰਪੇਨਿੰਗ ਚਲਾਈਆਂ। ਇਹ ਫਾਊਂਡੇਸ਼ਨ ਨੇ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ, ਠੀਕ ਹੈ, ਟਰਾਈ ਫਾਊਂਡੇਸ਼ਨ ਨੇ ਲੋਕਾਂ ਨੂੰ ਜਾਗਰੂਕ, ਇਹ ਨਾ ਇੱਕ ਵੌਇਸ ਬਣੇ, ਇਹ ਲੋਕਾਂ ਦੀ ਇੱਕ ਵੌਇਸ ਬਣੇ, ठीक है, खुद लोगों की एक वॉइस बने, उस वॉइस को हर एक जगह ते पहुंचाने के लिए इन्होंने अलग अलग कंपेनिंग्स चलाइयां, ठीक है, की चलाइयां, अलग अलग कंपेनिंग्स चलाइयां, जिहदे विच कुछ इंपॉर्टेंट कंपेनिंग्स हैगियां जिहड़ियां लिखो। फर्स्ट है
फर्स्ट कंपेनी केड़ी है, फर्स्ट कंपेनी केड़ी है येलो फेलो। ਇਹਦਾ ਨਾ ਮੇਨ ਏਮ ਲਿਖੀ ਚਲੋ, ਇਸ ਕੰਪੇਨੀ ਦਾ ਮੇਨ ਏਮ मतलब मेन फोकस किंदे ऊपर सीगा लिख लो, एवरी चाइल्ड राइट, एवरी चाइल्ड राइट टू अ हैप्पी चाइल्डहुड। ठीक है ना। इस कंपेनी का मुख्य एम इन्होंने की बनाया कि हर एक बच्चे को अधिकार है, हर एक बच्चे का एक राइट है कि अपने चाइल्डहुड ਨੂੰ ਵਧੀਆ ਤਰੀਕੇ ਨਾਲ ਜੀ ਸਕਣ। ਇਹਨਾਂ ਨੇ ਇਹਦੇ ਵਿੱਚ ਇਹ ਵੀ ਕਿਹਾ, ਇਹਨਾਂ ਨੇ ਲੋਕਾਂ ਨੂੰ ਇਸ ਚੀਜ਼ ਲਈ ਜਾਗਰੂਕ ਕੀਤਾ ਕਿ ਤੁਸੀਂ ਬੱਚਿਆਂ ਨੂੰ ਛੋਟੀ ਉਮਰ ਦੇ ਵਿੱਚ ਕੰਮਾਂ ਦੇ ਵਿੱਚ ਨਾ ਲਗਾਓ, ਕਿਉਂਕਿ ਬੱਚਿਆਂ ਨੂੰ ਆਪਣਾ ਬਾਲਕਪਨ, ਠੀਕ ਹੈ ਨਾ, ਚਾਈਲਡਹੁਡ ਏਜ ਇੰਜੋਏ ਕਰਨ ਦਿਓ। ਠੀਕ ਹੈ, ਜੇਕਰ ਅਸੀਂ ਉਹਨਾਂ ਨੂੰ ਟਾਈਮ ਤੋਂ ਪਹਿਲਾਂ ਐਕਟੀਵਿਟੀਜ਼ ਲਗਾ ਰਹੇ ਹਾਂ ਤਾਂ ਉਹ ਉਹਨਾਂ ਦਾ ਜਿਹੜਾ ਚਾਈਲਡਹੁਡ ਹੈ ਨਾ ਉਹ ਕੀ ਹੈ ਪ੍ਰੋਪਰਲੀ ਖਤਮ ਕਰਨ ਵਿੱਚ ਕੰਪੇਨੀਜ਼ ਆ ਸਕਦੀਆਂ ਕਿ येलो फेलो ਜਿਹੜੀ ਕੰਪੇਨੀ ਹੈ ਕਿਹਦੇ ਅੰਡਰ ਆਉਂਦੀ ਹੈ, ਤਾਂ ਕਿਹਦੇ ਅੰਡਰ ਆ ਰਹੀ ਹੈ, ਕਰਾਈ ਫਾਊਂਡੇਸ਼ਨ ਦੇ ਅੰਡਰ ਆ ਰਹੀ ਹੈ। ਸੈਕੰਡ ਕੁਐਸਚਨ ਤੁਹਾਨੂੰ ਆ ਸਕਦਾ ਹੈ ਕਿ ਜਿਹੜੀ येलो फेलो ਹੈ ਇਹਦਾ ਮੇਨ ਏਮ ਕੀ ਸੀਗਾ ਕਿ ਲੋਕਾਂ ਨੂੰ ਜਾਗਰੂਕ ਕਰਨਾ ਕਿ ਬੱਚਿਆਂ ਦਾ ਅਧਿਕਾਰ ਹੈ ਕਿ ਆਪਣੇ ਜਿਹੜਾ ਹੈਗਾ ਆਪਣਾ ਬਾਲ ਅਵਸਥਾ ਜਿਹੜੀ ਹੈਗੀ ਹੈ ਉਹਨੂੰ ਖੁਸ਼ੀ ਨਾਲ ਬਤਾ ਸਕਣ ਜਾਂ ਆਪਣੀ ਬਾਲ ਅਵਸਥਾ ਨੂੰ ਪ੍ਰੋਪਰਲੀ ਕੀ ਕਰ ਸਕਣ, ਇੰਜੋਏ, ਬਾਲ ਅਵਸਥਾ ਨੂੰ ਇੰਜੋਏ ਕਰ ਸਕਣ। ਵੈਰੀ ਇੰਪੋਰਟੈਂਟ ਹੈ। ਸੈਕੰਡ ਦੇਖੋ, ਸੈਕੰਡ ਕੰਪੇਨੀ ਦੇਖੋ ਇਹਦੀ, ठीक है, फर्स्ट होगी येलो फेलो, सेकंड है लर्न नॉट टू बी अर्न, सेकंड की है लर्न नॉट अर्न। देखो ये सारे वर्ड्स, ये सारे पॉइंट्स ਤੁਹਾਡੇ पेपर ਦੇ पॉइंट ऑफ व्यू ਨਾਲ ਐਗਜ਼ੈਕਟਲੀ ਮੈਂ ਕਰਵਾ ਰਿਹਾ ਕਿ ਤੁਹਾਡੇ पेपर ਦੇ ਵਿੱਚ ਸਿੱਧਾ ਪੁੱਛਣਗੇ ਲਰਨ ਨॉट अर्न ਕਿਹਦੇ ਨਾਲ ਸੰਬੰਧਿਤ ਹੈ। ਤੁਸੀਂ ਬੁੱਕਸ ਦੇਖੋਗੇ ਤੁਹਾਨੂੰ ਉਹਦੇ ਵਿੱਚ ਸਿਰਫ ਇਹ ਮਿਲੇਗਾ ਕਰਾਈ ਫਾਊਂਡੇਸ਼ਨ 1979 ਰਿਪਨ ਨੇ ਬਣਾਈ। ठीक है, मैं ਤੁਹਾਨੂੰ ਉਹਦੇ ਅੰਦਰ ਦੀਆਂ ਕੰਪੇਨੀਜ਼ ਵੀ ਕਰਵਾ ਰਿਹਾ ਕਿ ਉਹਦੇ ਵਿੱਚ ਕੀ ਹੋਏਗਾ, ਕਿਹੜੀਆਂ ਕੰਪੇਨੀਜ਼ ਹੋਈਆਂ, ਕਾਫੀ ਇੰਟਰਸਟਿੰਗ। ਅੱਗੇ ਨਾ ਆਪਾਂ ਗੂੰਜ ਫਾਊਂਡੇਸ਼ਨ ਕਰਾਂਗੇ, ਆਪਾਂ ਜੀਨੀਅਸ ਫਾਊਂਡੇਸ਼ਨ ਕਰਾਂਗੇ ਆਪਾਂ, ਠੀਕ ਹੈ, ਤਾਂ ਉਹਨਾਂ ਅੰਦਰ ਕਾਫੀ ਇੰਟਰਸਟਿੰਗ ਕੰਪੇਨੀਜ਼ ਹੋਈਆਂ ਜਿਹੜੀਆਂ ਇੰਟਰਸਟਿੰਗ ਵੀ ਹੈ, ਤੁਹਾਡਾ ਇਸ ਟੌਪਿਕ ਦੇ ਵਿੱਚ ਪ੍ਰੋਪਰ ਇੰਟਰਸਟ ਵੀ ਬਣੇਗਾ ਤੇ ਨਾਲ ਇਹ ਟੌਪਿਕ ਇਸ ਤਰੀਕੇ ਨਾਲ ਹੈ ਕਿ ਜੇ ਤੁਸੀਂ ਇਹਨੂੰ ਪ੍ਰੋਪਰਲੀ ਇੱਕ ਵਾਰੀ ਸਮਝ ਲਿਆ, ਸੁਣ ਲਿਆ ਧਿਆਨ ਨਾਲ, ਤਾਂ ਦੁਬਾਰਾ ਤੁਹਾਨੂੰ ਇਸ ਚੀਜ਼ ਨੂੰ ਪੜ੍ਹਨ ਦੀ ਲੋੜ ਨਹੀਂ ਪਏਗੀ। ਨੈਕਸਟ, ਲਰਨ ਨॉट अर्न ਇਹ ਕਦੋਂ ਬਣਾਇਆ ਗਿਆ ਸੀਗਾ, ਵਰਲਡ ਡੇ, ਜਿਸ ਦਿਨ ਵਰਲਡ ਡੇ ਅਗੇਂਸਟ ਚਾਈਲਡ ਲੇਬਰ in 2018 and 2019। ਦੇਖੋ 2018 ਦੇ ਵਿੱਚ ਫਿਰ 2019 ਦੇ ਵਿੱਚ ਚਾਈਲਡ ਲੇਬਰ ਦੇ ਅਗੇਂਸਟ ਉਹਨਾਂ ਨੇ ਇੱਕ ਡੇ ਸੈਲੀਬ੍ਰੇਟ ਕੀਤਾ ਸੀਗਾ, ਜਿਹਦੇ ਵਿੱਚ ਜਿਸ ਦਿਨ ਉਹਨਾਂ ਨੇ ਕਿਹੜੀ ਕੰਪੇਨੀ ਚਲਾਈ, ਲਰਨ ਨॉट अर्न। ਕਿਹੜੀ ਕੰਪੇਨੀ ਚਲਾਈ, ਲਰਨ ਨॉट अर्न। ਇਹਦੇ ਵਿੱਚ ਮੇਨ ਗੱਲ ਕੀ ਸੀ, ਇਹਦੇ ਵਿੱਚ ਮੇਨ ਫੋਕਸ ਕੀ ਸੀਗਾ, ਚਾਈਲਡ ਲੇਬਰ। ਠੀਕ ਹੈ, ਇਹਨਾਂ ਨੇ ਕਿਹਦਾ ਵਿਰੋਧ ਕੀਤਾ ਸੀਗਾ, ਚਾਈਲਡ ਲੇਬਰ ਦਾ ਵਿਰੋਧ ਕੀਤਾ ਸੀਗਾ। ਲੋਕਾਂ ਨੂੰ ਕੀ ਜਾਗਰੂਕ ਕੀਤਾ ਸੀਗਾ ਕਿ ਚਾਈਲਡ ਲੇਬਰ ਨੂੰ ਰੋਕਿਆ ਜਾਵੇ, ਬੱਚਿਆਂ ਨੂੰ ਜਿਹੜਾ ਹੈਗਾ ਛੋਟੀ ਉਮਰ ਦੇ ਵਿੱਚ ਕੰਮਾਂ ਵੱਲ ਨਾ ਪਾਇਆ ਜਾਵੇ, ਲੇਬਰਸ ਨਾ ਬਣਾਇਆ ਜਾਵੇ, ਬਲਕਿ ਉਹਨਾਂ ਦਾ ਜਿਹੜਾ ਹੈਗਾ ਐਜੂਕੇਸ਼ਨ ਦੇ ਨਾਲ ਜੋੜਿਆ ਜਾਵੇ। ਤਾਂ ਇਹ ਕੰਪੇਨੀ ਚਲਾਈ ਗਈ ਲਰਨ ਨॉट अर्न। ਕਦੋਂ ਚਲਾਈ ਗਈ ਸੀਗੀ, ਬੇਸਿਕਲੀ 2018 2019। ਜਿਹੜੀ येलो फेलो ਦੀ ਆਪਾਂ ਗੱਲ ਕੀਤੀ ਸੀ ਉਹ ਕਦੋਂ ਚਲਾਈ ਗਈ ਸੀ, ਮੈਂ ਦੱਸਣਾ ਭੁੱਲ ਗਿਆ, 2008 ਦੇ ਵਿੱਚ ਚਲਾਈ ਸੀ। ਜਿਹੜੀ येलो फेलो ਹੈ ਉਹ ਕੰਪੇਨੀ ਕਦੋਂ ਚਲਾਈ ਗਈ ਸੀ, 2008 ਦੇ ਵਿੱਚ ਚਲਾਈ ਗਈ ਸੀ ਲਰਨ नॉट अर्न। ਠੀਕ ਹੈ, ਕਿਸ ਦਿਨ ਚਲਾਈ ਗਈ ਸੀ, ਜਿਸ ਦਿਨ 2018 ਦੇ ਵਿੱਚ ਵਰਲਡ ਉਹਨਾਂ ਨੇ ਜਿਹੜਾ ਹੈਗਾ ਡੇ ਸੈਲੀਬ੍ਰੇਟ ਕੀਤਾ ਸੀਗਾ ਅਗੇਂਸਟ ਦਾ ਚਾਈਲਡ ਲੇਬਰ। ਠੀਕ ਹੈ, ਥਰਡ ਆਪਾਂ ਕਿਹੜੀ ਕੰਪੇਨੀ, ਆਪਾਂ ਸਾਰੀਆਂ ਕੰਪੇਨੀ ਚਲੀ ਜਾ ਰਹੇ ਹਾਂ, ਇਟਸ ਅ ਗਰਲ ਥਿੰਗ। ਥਰਡ ਕੰਪੇਨੀ ਕਿਹੜੀ ਕਰ ਰਹੇ ਹਾਂ ਆਪਾਂ, ਇਟਸ ਅ ਗਰਲ ਥਿੰਗ। ਇਹ ਕਦੋਂ ਚਲਾਈ ਸੀ, ਨੈਸ਼ਨਲ ਗਰਲ ਚਾਈਲਡ ਡੇ। देखो नेशनल गर्ल चाइल्ड डे वाले दिन 2019 ਦੇ ਵਿੱਚ ਇਹਨਾਂ ਨੇ ਕਿਹੜੀ ਕੰਪੇਨੀ ਚਲਾਈ, ਇਟਸ ਅ ਗਰਲ ਥਿੰਗ। ਇਹਦਾ ਮਤਲਬ ਕੀ ਸੀਗਾ, ਪਹਿਲੀ ਗੱਲ ਕਿ ਜਿਹੜੀ ਲੜਕੀਆਂ ਦੇ ਲਈ ਰੂੜੀਵਾਦੀ ਸੋਚ ਹੈ, ਠੀਕ ਹੈ, ਇਹਦਾ ਮੇਨ ਮਕਸਦ ਕੀ ਸੀਗਾ, ਜਿਹੜੀ ਗਰਲਸ ਦੇ ਲਈ ਰੂੜੀਵਾਦੀ ਸੋਚ ਹੈ, ਗਰਲਸ ਦੇ ਲਈ ਸਟੀਰੀਓਟਾਈਪ ਥਿੰਕਿੰਗ ਹੈ, ਉਸ ਚੀਜ਼ ਨੂੰ ਖਤਮ ਕਰਨਾ। ਠੀਕ ਹੈ, ਲੋਕਾਂ ਨੂੰ ਜਾਗਰੂਕ ਕੀਤਾ ਕਿ ਗਰਲਸ ਦੇ ਲਈ ਰੂੜੀਵਾਦੀ ਸੋਚ ਨਾ ਰੱਖੋ, ਗਰਲਸ ਉਹ ਸਭ ਕੁਝ ਕਰ ਸਕਦੀਆਂ ਜਿਹੜੀਆਂ ਬॉयਜ਼ ਕਰ ਸਕਦੇ ਆ, ਸਿਰਫ ਉਹਨਾਂ ਨੂੰ ਮੌਕਾ ਦਿਓ, ਉਹ ਸਭ ਐਕਟੀਵਿਟੀਜ਼ ਕਰ ਜਾਣਗੀਆਂ ਜਿਹੜੀਆਂ ਬॉयਜ਼ ਕਰ ਸਕਦੇ ਆ। ਤਾਂ ਇਸ ਕਰਕੇ ਇਹਨਾਂ ਨੂੰ ਇੱਕ ਗਰਲ ਨਾ ਸਮਝਿਆ ਜਾਵੇ, ਘਰ ਦੀ ਚਾਰ ਦੀਵਾਰੀ ਵਿੱਚ ਬੰਦ ਨਾ ਕੀਤਾ ਜਾਵੇ, ਇਹਨਾਂ ਨੂੰ ਵੀ ਇਕੁਅਲ ਓਪਰਚੁਨਿਟੀ ਦਿੱਤੀ ਜਾਵੇ, ਇਹਨਾਂ ਨੂੰ ਵੀ ਮੌਕਾ ਮਿਲੇ ਤਾਂ ਕਿ ਇਹ ਆਪਣੇ ਕੰਮ ਨੂੰ, ਆਪਣੀ ਸਕਿੱਲਸ ਨੂੰ
ਹਨਾ ਆਪਣੀ ਕਾਬਲੀਅਤ ਨੂੰ ਜਿਹੜਾ ਹੈਗਾ ਲੋਕਾਂ ਸਾਹਮਣੇ ਰੱਖ ਸਕਣ। ਤਾਂ ਇਹ ਕੰਪੇਨਿੰਗ ਚਲਾਈ ਗਈ 2019 ਦੇ ਵਿੱਚ। ਨੈਕਸਟ not yet, very very important ਹੈ ਬੱਚੇ, ਕੁਐਸਚਨ ਪੇਪਰ ਦੇ ਵਿੱਚ ਪੱਕਾ ਆਉਣ ਦੇ ਚਾਂਸਸ ਹੈ ਕਿ not yet ਕਦੋਂ ਚਲਾਈ ਗਈ। not yet ਕਦੋਂ ਚਲਾਈ ਗਈ ਹੈ 2020 ਦੇ ਵਿੱਚ। ਇਹਦਾ ਮੇਨ ਮਕਸਦ ਕੀ ਸੀਗਾ, ਚਾਈਲਡ ਮੈਰਿਜ, ਠੀਕ ਹੈ ਨਾ। ਇਹ ਕਿਸ ਦਿਨ ਚਲਾਈ ਗਈ ਹੈ 2020 ਦੇ ਵਿੱਚ, ਵੂਮਨਸ ਡੇ ਵਾਲੇ ਦਿਨ, ਵੂਮਨਸ ਡੇ ਵਾਲੇ ਦਿਨ ਇਹ ਚਲਾਈ ਗਈ ਹੈ, ਜਿਹਦਾ ਮੇਨ ਮਕਸਦ ਕੀ ਸੀਗਾ, ਚਾਈਲਡ ਮੈਰਿਜ ਨੂੰ ਰੋਕਣਾ, ਠੀਕ ਹੈ ਨਾ। ਇਹਨਾਂ ਕਦੇ ਕੋਈ ਚਾਈਲਡ ਮੈਰਿਜ ਕਰਵਾਣਾ, ਇਹਦਾ ਮੇਨ ਮਕਸਦ ਕੀ ਸੀਗਾ, ਚਾਈਲਡ ਮੈਰਿਜ ਨੂੰ ਰੋਕਣਾ। ਤਾਂ not yet ਮਤਲਬ ਹਜੇ ਨਹੀਂ। ਤਾਂ ਇਹਨਾਂ ਨੇ ਕਿਹਾ ਕਿ ਚਾਈਲਡ ਮੈਰਿਜ ਨੂੰ ਰੋਕਣਾ ਚਾਹੀਦਾ ਹੈ। ਚਾਈਲਡ ਮੈਰਿਜ ਜਿਹੜੀ ਗਵਰਨਮੈਂਟ ਨੇ ਟਾਈਮ ਨਿਰਧਾਰਿਤ ਕੀਤਾ ਹੈ ਕਿ ਬॉयਜ਼ ਦੇ ਲਈ 21 ਈਅਰ ਤੇ ਗਰਲਸ ਲਈ 18 ਈਅਰ, ਠੀਕ ਹੈ। ਜਿਹੜਾ ਗਵਰਨਮੈਂਟ ਨੇ ਟਾਈਮ ਡਿਸਾਈਡ ਕੀਤਾ ਹੈ ਗਰਲਸ ਨੂੰ ਉਸ ਤੋਂ ਪਹਿਲਾਂ ਨਾ ਵਿਆਹਿਆ ਜਾਵੇ। ਹੁਣ ਤੁਸੀਂ ਕਹੋਗੇ ਕਿ ਸਰ ਨਹੀਂ ਅੱਜ ਕੱਲ ਤਾਂ ਇਹ ਚੀਜ਼ ਹੋ ਹੀ ਨਹੀਂ ਰਹੀ। ਬੱਚੇ ਜਦੋਂ ਆਪਾਂ ਗੱਲ ਕਰਦੇ ਹਾਂ, ਜਦੋਂ ਅਸੀਂ ਆਪਣਾ ਕੋਈ ਰਿਸਰਚ ਕਰ ਰਹੇ ਹਾਂ ਤਾਂ ਸਾਡਾ ਕ੍ਰਾਈਟੇਰੀਆ ਬਹੁਤ ਛੋਟਾ, ਅਸੀਂ ਵੱਧ ਤੋਂ ਵੱਧ ਕੀ ਦੇਖ ਲਾਂਗੇ, ਇੱਧਰੋਂ ਸਾਡੀ ਪਹੁੰਚ ਚੰਡੀਗੜ੍ਹ ਤੱਕ ਹੋਏਗੀ, ਇੱਧਰ ਜੈਪੁਰ ਤੱਕ ਹੋਏਗੀ, ਇੱਧਰ ਜਲਾਲਾਬਾਦ ਦੇਖ ਲਾਂਗੇ, ਇੱਧਰ ਸਰਸਾ ਤੱਕ ਦੇਖ ਲਾਂਗੇ, ਕਲੀਅਰ। ਪਰ ਅਸੀਂ ਆਲ ਆਫ ਇੰਡੀਆ ਦੀ ਗੱਲ ਕਰ ਰਹੇ ਹਾਂ ਜਿੱਥੇ ਹਜੇ ਵੀ ਇਹ ਜਿਹੇ ਬਹੁਤ ਕਸਬੇ ਹੈ ਜਿੱਥੇ ਬੱਚਿਆਂ ਨੂੰ ਜਿਹੜਾ ਹੈਗਾ ਛੋਟੀ ਉਮਰ 'ਚ ਵਿਆਹ ਦਿੱਤਾ ਜਾਂਦਾ ਹੈ। ਤਾਂ ਇਹਨਾਂ ਨੇ ਇਸ ਚੀਜ਼ ਨੂੰ ਜਾਗਰੂਕ ਕਰਨ ਦੇ ਲਈ ਲੋਕਾਂ ਨੂੰ ਚਲਾਇਆ ਕਿ ਤੁਸੀਂ ਬੱਚਿਆਂ ਨੂੰ ਛੋਟੀ ਉਮਰ ਦੇ ਵਿੱਚ ਨਾ ਵਿਆਹੋ, ਕਿਉਂਕਿ ਬੱਚੇ ਦੀ ਜੇਕਰ ਛੋਟੀ ਉਮਰ ਦੇ ਵਿੱਚ ਮੈਰਿਜ ਕਰ ਰਹੇ ਹਾਂ ਤਾਂ ਉਹਦਾ ਜਿਹੜਾ ਹੈਗਾ, ਜਿਹੜਾ ਬੱਚੇ ਦਾ ਜਿਹੜਾ ਬਚਪਨ ਹੈ ਉਹ ਖਰਾਬ ਹੋ ਰਿਹਾ, ਠੀਕ ਹੈ। ਜਿਹੜਾ ਬਚਪਨ ਨੂੰ ਇੰਜੋਏ ਕਰਨਾ ਚਾਹੀਦਾ ਸੀਗਾ ਉਹਨੂੰ ਹਜੇ ਸਮਝ ਨਹੀਂ ਹੈਗੀ, ਉਹ ਖਰਾਬ ਹੋ ਰਹੀ ਹੈ। ਇਸ ਕਰਕੇ ਇਹਨਾਂ ਨੇ ਵੂਮਨਸ ਡੇ ਵਾਲੇ ਦਿਨ, ਠੀਕ ਹੈ, ਚਾਈਲਡ ਮੈਰਿਜ ਦੇ ਅਗੇਂਸਟ ਇੱਕ ਕੰਪੇਨਿੰਗ ਚਲਾਈ ਜਿਹਦਾ ਨਾਮ ਕੀ ਸੀਗਾ, not yet, ਜਿਹਦਾ ਨਾਮ ਕੀ ਸੀਗਾ, not yet। ਨੈਕਸਟ ਇਹ ਆਪਾਂ ਸਾਰੀ ਗੱਲ ਕੀਤੀ ਹੈ ਕਰਾਈ ਫਾਊਂਡੇਸ਼ਨ। ਇਹ ਸਾਰੀਆਂ ਕੰਪੇਨਿੰਗਸ ਕਿਹਦੇ ਅੰਡਰ ਚਲਾਈਆਂ ਗਈਆਂ, ਕਰਾਈ ਫਾਊਂਡੇਸ਼ਨ ਦੇ ਅੰਡਰ ਚਲਾਈਆਂ ਗਈਆਂ। ਨੈਕਸਟ ਹੁਣ ਆਪਾਂ ਕਾਦੀ ਗੱਲ ਕਰ ਰਹੇ ਹਾਂ, ਉਦੇ ਫਾਊਂਡੇਸ਼ਨ ਬਹੁਤ ਇੰਪੋਰਟੈਂਟ ਹੈ ਬੱਚੇ, ਇਹ ਵੀ ਜਿਹੜੀ ਹੈਗਾ ਇਹ ਬਹੁਤ ਇੰਪੋਰਟੈਂਟ ਹੈ। ਉਦੇ ਸੈਕਿੰਡ ਕਰ ਰਿਹਾ, ਹੁਣ ਮੈਂ ਕੰਪੇਨਿੰਗਸ ਦੀ ਗੱਲ ਨਹੀਂ ਕਰ ਰਿਹਾ, ਧਿਆਨ ਰੱਖਿਓ। ਹੁਣ ਮੈਂ ਕੰਪੇਨਿੰਗਸ ਦੀ ਗੱਲ ਨਹੀਂ ਕਰ ਰਿਹਾ, ਹੁਣ ਮੈਂ ਸੈਕਿੰਡ, ਜਿਵੇਂ ਪਹਿਲਾਂ ਆਪਾਂ ਟਰਾਈ ਕੀਤਾ ਸੀਗਾ, ਸੈਕਿੰਡ ਕਿਹੜੀ ਫਾਊਂਡੇਸ਼ਨ ਹੈ, ਉਹਦੇ ਫਾਊਂਡੇਸ਼ਨ ਜਿਹੜੀ ਕਿ ਕਦੋਂ ਹੋਈ ਸੀ, 2007 ਦੇ ਵਿੱਚ ਹੋਈ ਸੀ। ਮੇਨ ਫੋਕਸ ਇਹ ਕਿਹਦੇ ਨਾਲ ਰਿਲੇਟਡ ਸੀ, ਬੱਚਿਆਂ ਦੀ ਹੈਲਥ ਐਂਡ ਐਜੂਕੇਸ਼ਨ ਨਾਲ ਰਿਲੇਟਡ ਸੀਗਾ। ਦੇਖ ਲਓ ਹੈਲਥ ਕੇਅਰ, ਹੈਲਥ, ਇਹਦਾ ਮੇਨ ਫੋਕਸ ਕੀ ਸੀਗਾ, ਹੈਲਥ ਕੇਅਰ ਇਜ਼ ਦਾ top priority of Uday Foundation। ਮੇਨ ਦਾ ਫੋਕਸ ਕਿੰਨੇ ਸੀਗਾ, ਹੈਲਥ ਦੇ ਉੱਪਰ ਸੀਗਾ, ਠੀਕ ਹੈ। ਇਹ ਕੀ ਕਰਦੇ ਸੀਗੇ, ਇਹਨਾਂ ਦਾ ਮੇਨ, ਇਹਨਾਂ ਨੇ ਕੀ ਕੀਤਾ ਇਸ ਚੀਜ਼ ਦੇ ਵਿੱਚ, ਇਹ ਲੋਕਾਂ ਨੂੰ, ਜਿਹੜੇ ਗਰੀਬ ਲੋਕ ਸੀਗੇ ਜਿਹੜੇ ਪ੍ਰੋਪਰ ਫੂਡ ਨਹੀਂ ਲੈ ਸਕਦੇ ਸੀ, ਤਾਂ ਇਹ ਕੀ ਕਰਦੇ ਸੀਗੇ, ਫੂਡ ਡਿਸਟ੍ਰੀਬਿਊਟ ਕਰਦੇ ਸੀਗੇ ਲੋਕਾਂ ਨੂੰ, ਫ੍ਰੀ ਆਫ ਕੋਸਟ ਫੂਡ ਡਿਸਟ੍ਰੀਬਿਊਟ ਕਰਦੇ ਸੀਗੇ। ਤੇ ਲੋਕਾਂ ਨੂੰ ਡਰਾਈ ਰਾਸ਼ਨ ਸਮਝਦੇ ਹੋ ਕਿ ਜਿਵੇਂ ਚਾਵਲ ਦਿਵਾਤੇ, ਖੰਡ ਦਿਵਾਤੀ, ਠੀਕ ਹੈ, ਆਟਾ ਦਿਵਾਤਾ, ਠੀਕ ਹੈ ਨਾ। ਜਿਹੜਾ ਡਰਾਈ ਰਾਸ਼ਨ ਹੈ, ਇਹ ਜਿਹੜੀ ਸੰਸਥਾ ਹੈ ਲੋਕਾਂ ਨੂੰ ਫ੍ਰੀ ਫੂਡ ਐਂਡ ਡਰਾਈ ਰਾਸ਼ਨ ਇਹਨਾਂ ਦਾ ਪ੍ਰੋਵਾਈਡ ਕਰਨਾ ਮੇਨ ਮਕਸਦ ਸੀਗਾ। ਉਦੇ ਫੂਡ ਫਾਊਂਡੇਸ਼ਨ ਜਿਹੜਾ ਮੇਨ ਫੋਕਸ ਕੀ ਸੀ, ਹੈਲਥ, ਠੀਕ ਹੈ ਨਾ। ਹੁਣ ਇਹਨਾਂ ਦਾ ਮਤਲਬ ਕੀ ਸੀਗਾ ਕਿ ਬੱਚੇ ਜਿਹੜਾ ਹੈਗਾ ਹੈਲਥੀ ਭੋਜਨ ਲੈ ਸਕਣ, ਬੱਚੇ ਜਿਹੜਾ ਹੈਗਾ ਚੰਗਾ ਭੋਜਨ ਲੈ ਸਕਣ, ਠੀਕ ਹੈ। और कोई भी बच्चा भुखा ना रहे, कोई भी परिवार भुखा ना रहे। जेकर बच्चा भुखा नहीं रहेगा, चंगा भोजन रहेगा, तो बच्चे की हेल्थ जिहड़ी है वो की रहेगी, वधिया रहेगी। इस फाउंडेशन मेन गल देखो, इन्होंने ना एक अवार्ड मिला सीगा, अवार्ड लिख लो, लीडरशिप, बेस्ट लीडरशिप, बेस्ट लीडरशिप एंड एक्सीलेंस by ABP News in 2015। देखो इस फाउंडेशन ਨੂੰ 2015 ਦੇ ਵਿੱਚ ਅਵਾਰਡ ਮਿਲਿਆ ਸੀ, ਕਿਹੜਾ, ਬੈਸਟ ਲੀਡਰਸ਼ਿਪ ਐਂਡ ਐਕਸੀਲੈਂਸ ਅਵਾਰਡ। ਕਿਹਨੇ ਦੁਆਰਾ ਮਿਲਿਆ ਸੀਗਾ, ABP ਨਿਊਜ਼ ਦੁਆਰਾ। ਕਦੋਂ ਮਿਲਿਆ ਸੀਗਾ, 1915। ਇਹ ਤੁਹਾਡੇ ਤਿੰਨੋਂ ਕੁਐਸਚਨ ਦੇਖੋ। ਪਹਿਲਾ ਕੁਐਸਚਨ ਬੈਸਟ ਲੀਡਰਸ਼ਿਪ ਐਂਡ ਐਕਸੀਲੈਂਸ ਅਵਾਰਡ ਕਿਹਨੂੰ ਮਿਲਿਆ, ਉਦੇ ਫਾਊਂਡੇਸ਼ਨ। ਦੂਸਰਾ ਕੁਐਸਚਨ ਉਦੇ ਫਾਊਂਡੇਸ਼ਨ ਕਦੋਂ ਬਣੀ, 2007 ਦੇ ਵਿੱਚ। तीसरा क्वेश्चन उडे फाउंडेशन का मेन फोकस क्या है, हेल्थ, मेन फोकस किया बच्चे का, उनका हेल्थ, बच्चे दी हेल्थ रिलेटेड। इन्हां दा फोर्थ क्वेश्चन का काम किया है, ड्राई राशन देना, फूड प्रोवाइड करना। फिफ्थ जेड़ा ये अवार्ड है ये कदों मिलिया, 2015 दे विच मिलिया।
क्लियर। ਤਾਂ ਕਿੰਦੇ ਦੁਆਰਾ ਮਿਲਿਆ, ਕਿਹਨੇ ਅਵਾਰਡ ਦਿੱਤਾ, ABP ਨਿਊਜ਼ ਨੇ ਅਵਾਰਡ ਦਿੱਤਾ। ਤਾਂ ਤੁਹਾਡੇ ਇਹਦੇ ਵਿੱਚੋਂ ਇਸ ਆਰਗੇਨਾਈਜੇਸ਼ਨ ਚੋਂ ਉਹਦੇ ਫਾਊਂਡੇਸ਼ਨ ਚੋਂ ਜੋ ਕੁਐਸਚਨ ਬਣਦੇ ਸੀ ਮੈਂ ਤੁਹਾਨੂੰ 1 ਬਾਈ 1 ਦੱਸ ਦੂੰ। ਨੈਕਸਟ ਥਰਡ ਆਪਾਂ ਗੱਲ ਕਰ ਰਹੇ ਹਾਂ ਬਹੁਤ ਹੀ ਇੰਪੋਰਟੈਂਟ ਵੈਰੀ, ਤੁਸੀਂ ਇਹਦੇ ਬਾਰੇ ਨਾ ਜੇ ਤੁਸੀਂ ਚਾਈਲਡ ਰਾਈਟਸ ਅਜੇ ਮੈਂ ਤੁਹਾਨੂੰ ਚੈਨਲ ਤੇ ਨਹੀਂ ਕਰਵਾਇਆ, ਜੇ ਤੁਸੀਂ ਚਾਈਲਡ ਰਾਈਟਸ ਕਰੋਗੇ ਨਾ ਉਹਦੇ ਵਿੱਚ ਵੀ ਇਸ ਚੀਜ਼ ਬਾਰੇ ਆਪਾਂ ਗੱਲ ਕਰਾਂਗੇ। ਸੇਵ ਦਾ ਚਾਈਲਡ, ਥਰਡ ਕਿਹੜਾ ਹੈ, ਸੇਵ द चाइल्ड, ठीक है ना, सेव द चाइल्ड ऑर्गेनाइजेशन, ठीक है। सेव द चाइल्ड ऑर्गेनाइजेशन बारे ਆਪਾਂ डिस्कस ਕਰਾਂਗੇ ਕਿ ਇਹ सेव द ऑर्गेनाइजेशन चाइल्ड ਕਦੋਂ ਬਣੀ ਹੈ, 2008 ਦੇ ਵਿੱਚ ਬਣੀ ਹੈ। ਕਦੋਂ ਬਣੀ ਹੈ, 2008 ਦੇ ਵਿੱਚ ਬਣੀ ਹੈ, ਜਿਹਦਾ ਹੋਰ ਨਾਮ ਕੀ ਹੈ, ਬਾਲ रक्षा भारत, बाल रक्षा भारत फाउंडेशन कदों बनी है, 2008 ਦੇ ਵਿੱਚ ਬਣੀ ਹੈ। ਹੈਡਕੁਆਟਰ ਕਿੱਥੇ ਹੈ, ਗੁੜਗਾਉਂ ਚ ਹੈ, ਜਿਹਨੂੰ ਗੁਰੂਗ੍ਰਾਮ ਵੀ ਬੋਲਦੇ ਆ, ਠੀਕ ਹੈ, ਨਿਊ ਦਿੱਲੀ ਦੇ ਵਿੱਚ ਹੈ, ਠੀਕ ਹੈ। ਵੈਬਸਾਈਟ ਕਿਹੜੀ ਹੈ ਇਹਨਾਂ ਦੀ, www.savethechild.in, ਇਹਨਾਂ ਦੀ ਵੈਬਸਾਈਟ ਦੇਖ ਲਓ, ਇਹ ਵੈਬਸਾਈਟ ਹੈ। ਹੁਣ ਦੇਖੋ ਇਹਦੀ ਮੈਂ ਗੱਲ ਕਰਾਂ, ਜਿਵੇਂ ਇਹਦੀ ਹਿਸਟਰੀ ਦੀ ਗੱਲ ਕਰਾਂ ਤੁਹਾਨੂੰ, ਚਾਈਲਡ ਕੇਅਰ ਦੇ ਵਿੱਚ ਵੀ ਆਪਾਂ ਗੱਲ ਕਰਾਂਗੇ ਕਿ ਡੈਕਲੇਰੇਸ਼ਨ ਹੋਈ ਸੀ ਚਾਈਲਡ ਰਾਈਟਸ ਦੀ 1924 ਦੇ ਵਿੱਚ, ਸੌਰੀ 22 ਚ ਹੋਈ ਸੀ, 24 ਦੇ ਵਿੱਚ ਐਕਸੈਪਟ ਕਰ ਲਈ ਸੀ, ਕਲੀਅਰ। ਜਿਹੜਾ ਸੇਵ ਦਾ ਚਾਈਲਡ ਹੈ ਨਾ, ਇਹ 1919 ਦੇ ਵਿੱਚ 1990 ਦੇ ਵਿੱਚ ਇਹਦੇ ਬਾਰੇ ਗੱਲ ਸ਼ੁਰੂ ਹੋ ਗਈ ਸੀ। ਕਿਹਨੇ ਕੀਤਾ ਸੀਗਾ, ਐਗਲੈਂਟਨ ਜੈਪ, ਸਪੈਲਿੰਗ ਲਿਖ ਲਓ। ਇਹ ਨਾ ਇੱਕ ਲੇਡੀ ਸੀ 1990, ਜਦੋਂ ਦੇਖੋ ਕਿ ਜਦੋਂ ਫਸਟ ਵਰਲਡ ਵਾਰ ਖਤਮ ਹੋਇਆ, ਫਸਟ ਵਰਲਡ ਵਾਰ ਕਦੋਂ ਹੋਇਆ, 1914 ਤੋਂ ਲੈ ਕੇ 1980 ਦੇ ਵਿੱਚ ਫਸਟ ਵਰਲਡ ਵਾਰ ਹੋਇਆ। ਜਦੋਂ ਫਸਟ ਵਰਲਡ ਵਾਰ ਖਤਮ ਹੋਇਆ ਤਾਂ ਇਹਨਾਂ ਨੇ ਮਹਿਸੂਸ ਕੀਤਾ ਕਿ ਇਸ ਵਰਲਡ ਵਾਰ ਦੇ ਵਿੱਚ ਬੱਚਿਆਂ ਦਾ ਬਹੁਤ ਸ਼ੋਸ਼ਣ ਹੋ ਰਿਹਾ, ਬੱਚੇ ਬਹੁਤ ਜਿਹੜੇ ਹੈਗੇ ਆ ਉਹਨਾਂ ਦੇ ਘਰ ਖਰਾਬ ਹੋ ਗਏ, ਬੱਚੇ ਬਹੁਤ ਜਿਨ੍ਹਾਂ ਦੇ ਪੇਰੈਂਟਸ ਦੀ ਡੈਥ ਹੋ ਗਈ, ਬੱਚੇ ਇਹੋ ਜਿਹੇ ਜਿਨ੍ਹਾਂ ਨੂੰ ਸਭ ਤੋਂ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ, ਜਿਹਦੇ ਕਾਰਨ ਇਹਨਾਂ ਦੇ ਮਨ ਦੇ ਵਿੱਚ ਵਿਚਾਰ ਕੀ ਆਇਆ ਕਿ ਬੱਚਿਆਂ ਨੂੰ ਬਚਾਉਣ ਦੇ ਲਈ ਇੱਕ ਆਰਗੇਨਾਈਜੇਸ਼ਨ ਹੋਣੀ ਚਾਹੀਦੀ ਹੈ, ਠੀਕ ਹੈ। 1922 ਇਹਨਾਂ ਵਿੱਚ ਇਹਨਾਂ ਨੇ ਇੱਕ ਬੱਚਿਆਂ ਦੇ ਲਈ ਜਿਹੜਾ ਹੈਗਾ ਇੱਕ ਰਿਪੋਰਟ ਤਿਆਰ ਕੀਤੀ, ਇੱਕ ਨਾ ਡੈਕਲੇਰੇਸ਼ਨ ਜਿਹੜਾ ਹੈ ਇਹਨਾਂ ਨੇ ਤਿਆਰ ਕੀਤੀ, ਜਿਹਨੂੰ ਕੀ ਬੋਲਦੇ ਆ, ਡੈਕਲੇਰੇਸ਼ਨ ਆਫ ਚਾਈਲਡ ਰਾਈਟਸ। ਕੀ ਬੋਲਦੇ ਆ ਜਿਹਨੂੰ, ਡੈਕਲੇਰੇਸ਼ਨ ਆਫ ਚਾਈਲਡ ਰਾਈਟਸ। ਇਹਨਾਂ ਨੇ ਜਿਹੜਾ ਹੈ ਇਹ ਰਿਪੋਰਟ ਤਿਆਰ ਕੀਤੀ, ਠੀਕ ਹੈ। 1924 ਦ ਲੀਗ ਆਫ ਨੇਸ਼ਨ, 1924 ਦ ਲੀਗ ਆਫ ਨੇਸ਼ਨ ਨੇ ਇਸ ਡੈਕਲੇਰੇਸ਼ਨ ਨੂੰ ਕੀ ਕਰ ਲਿਆ, ਅਡਾਪਟ ਕਰ ਲਿਆ, ਇਸ ਡੈਕਲੇਰੇਸ਼ਨ ਨੂੰ ਕੀ ਕਰ ਲਿਆ, ਅਡਾਪਟ ਕਰ ਲਿਆ। 1931 ਇਹਨਾਂ ਦੀ ਮੁਲਾਕਾਤ ਕਿਹਦੇ ਨਾਲ ਹੋਈ, MK ਗਾਂਧੀ ਨਾਲ, ਠੀਕ ਹੈ। ਇਸ ਡੈਕਲੇਰੇਸ਼ਨ ਦੇ ਫਾਰਮ ਦੇ ਉੱਤੇ ਉਹਨਾਂ ਨਾਲ ਡਿਸਕਸ਼ਨ ਹੋਈ ਤੇ 1931 ਦੇ ਵਿੱਚ MK ਗਾਂਧੀ ਮਹਾਤਮਾ ਗਾਂਧੀ ਜੀ ਨੇ ਇਸ ਡੈਕਲੇਰੇਸ਼ਨ ਦੇ ਉੱਪਰ ਕੀ ਕਰ ਦਿੱਤੇ, ਪ੍ਰੋਪਰਲੀ ਸਾਈਨ ਕਰ ਦਿੱਤੇ ਕਿ ਇਹ ਡੈਕਲੇਰੇਸ਼ਨ ਬੱਚਿਆਂ ਦੇ ਰਾਈਟਸ ਲਈ ਬਹੁਤ ਵਧੀਆ ਹੈ, ਇਹਦੀ ਜ਼ਰੂਰਤ ਹੈ, ਠੀਕ ਹੈ। ਉਸ ਤੋਂ ਬਾਅਦ ਹੋਇਆ ਸੈਕੰਡ ਵਰਲਡ ਵਾਰ। ਕਦੋਂ ਸ਼ੁਰੂ ਹੋ ਗਿਆ ਸੈਕੰਡ ਵਰਲਡ ਵਾਰ, 1939 ਤੋਂ ਲੈ ਕੇ ਆਪਾਂ 45 ਬੇਸਿਕਲੀ ਮੰਨਦੇ ਹਾਂ ਕਿ ਜਦੋਂ ਤੱਕ ਹੀਰੋਸ਼ੀਮਾ ਤੇ ਨਾਗਾਸਾਕੀ ਬਲਾਸਟ ਨਹੀਂ ਹੋਏ, ਠੀਕ ਹੈ। ਤਾਂ ਇਹਨਾਂ ਨੇ ਦੇਖਿਆ ਕਿ ਸੈਕੰਡ ਵਰਲਡ ਵਾਰ ਦੇ ਵਿੱਚ ਜਿਹੜਾ ਹੈਗਾ ਫਿਰ ਬੱਚਿਆਂ ਦੀ ਬੜੀ ਦੁਰਗਤੀ ਹੋ ਰਹੀ ਹੈ, ਤਾਂ ਇਹਨਾਂ ਨੇ ਫਿਰ ਵੱਧ ਚੜ ਕੇ ਬੜਾ ਹੈਲਪ ਕੀਤੀ, ਉਹਨਾਂ ਨੂੰ ਫੂਡ, ਉਹਨਾਂ ਨੂੰ ਰਹਿਣ ਦੇ ਲਈ ਮਕਾਨ ਜਿਹੜਾ ਹੈਗਾ, ਉਹਨਾਂ ਦੇ ਹੈਲਥ ਦੇ ਲਈ ਪ੍ਰੋਪਰ ਚੈੱਕਅਪ। ਇਹਨਾਂ ਨੇ 1940s ਦੇ ਵਿੱਚ ਇਹਨਾਂ ਨੇ AC ਉੱਪਰ ਮੇਨ ਪ੍ਰਾਇੋਰਟੀ ਦਿੱਤਾ ਤੇ ਇਹਦੇ ਉੱਪਰ ਕੰਮ ਕੀਤਾ, ਠੀਕ ਹੈ। ਹੁਣ 1940 ਹੋ ਗਿਆ। ਨੈਕਸਟ 2004 ਦੇ ਵਿੱਚ ਕੀ ਹੋਇਆ, ਸਾਊਥ ਈਸਟਲੀ ਕੋਸਟ ਦੇ ਉੱਪਰ ਸੁਨਾਮੀ ਆ ਗਈ, ਠੀਕ ਹੈ। ਤਾਂ ਫਿਰ ਇਸ ਫਾਊਂਡੇਸ਼ਨ ਨਾਰਮਲ ਜਿਹੜੀ ਫਾਊਂਡੇਸ਼ਨ ਹੈਗੀ ਸੀ, ਜਿਹੜੀ ਮਤਲਬ ਨਾਰਮਲੀ ਸੇਵ ਦਾ ਜਿਹੜੀ ਰਜਿਸਟਰਡ ਨਹੀਂ ਹੋਈ ਸੀ ਅਜੇ, ਠੀਕ ਹੈ, ਇੱਕ ਨਾਰਮਲ ਜਿਹੜੀ ਸੰਸਥਾ ਬਣਾਈ ਗਈ ਸੀ ਜਿਹਨਾਂ ਦੇ ਵਿਚਾਰ ਸੀਗੇ ਸੇਵ ਦਾ ਚਾਈਲਡ ਵਾਲੇ, ਇਹਨਾਂ ਨੇ ਫਿਰ ਉਹਨਾਂ ਨੂੰ ਜਿਹੜਾ ਹੈਗਾ ਫੂਡ ਜਿਹੜਾ ਦਿੱਤੇ, ਠੀਕ ਹੈ, ਉਹਨਾਂ ਦੇ ਰਿਲੀਫਸ ਦੇ ਲਈ ਉਹਨਾਂ ਨੂੰ ਹੈਲਪ ਕੀਤੀ, ਉਹਦੇ ਵਿੱਚ ਵੱਧ ਚੜ ਕੇ ਹਿੱਸਾ ਲਿਆ। 2008 ਠੀਕ ਹੈ। ਤਾਂ ਇਹਨਾਂ ਨੇ ਇੱਕ ਇੰਡੀਪੈਂਡੈਂਟ ਤੌਰ ਤੇ ਪ੍ਰੋਪਰ ਰਜਿਸਟਰਡ ਤੌਰ ਤੇ ਇੱਕ ਆਪਣਾ ਫਾਊਂਡੇਸ਼ਨ ਬਣਾ ਲਈ, ਜਿਹਦਾ ਨਾਮ ਕੀ ਰੱਖਤਾ, ਸੇਵ ਦਾ ਚਾਈਲਡ ਫਾਊਂਡੇਸ਼ਨ। ਇਸੇ ਕਰਕੇ ਆਪਾਂ ਕਹਿੰਦੇ ਆ ਕਿ ਸੇਵ ਦਾ ਚਾਈਲਡ ਫਾਊਂਡੇਸ਼ਨ ਕਦੋਂ ਸਥਾਪਿਤ ਹੋਈ, 2008 ਦੇ ਵਿੱਚ। ਐਕਚੁਅਲ ਇਹ ਵਿਚਾਰ ਸ਼ੁਰੂ ਹੋ ਗਏ ਸੀ ਕਦੋਂ, 1990 ਦੇ ਵਿੱਚ, ਇਹਦੇ ਵਿੱਚ ਐਗਲੈਂਟੇ ਜੈਪ ਦੇ ਦਿਮਾਗ ਦੇ ਵਿੱਚ,
ठीक है हौली 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 ਉਹਨੂੰ ਜਿਹੜਾ ਹੈਗਾ ਉਹਨੇ ਕੰਮ ਕਰਨੇ ਸ਼ੁਰੂ ਕੀਤੇ ਹੌਲੀ ਹੌਲੀ ਉਹਨਾਂ ਨੇ ਇੱਕ ਪ੍ਰੋਪਰ ਆਪਣੀ ਸੰਸਥਾ ਬਣਾ ਲਈ ਕਿਹੜੀ ਸੇਵ ਦਾ ਚਾਈਲਡ ਕਿਹੜੀ ਸੰਸਥਾ ਬਣਾ ਲਈ ਉਹਨਾਂ ਨੇ ਸੇਵ ਦਾ ਚਾਈਲਡ क्लियर ਹੁਣ ਦੇਖੋ ਇਹ ਜਿਹੜੀ ਸੰਸਥਾ ਹੈਗੀ ਹੈ ਇਹ ਬੱਚਿਆਂ ਦੇ ਲਈ ਕੰਮ ਕਰ ਰਹੀ ਹੈ ਠੀਕ ਹੈ ਇਹ ਜਿਹੜੀ ਸੰਸਥਾ ਹੈ ਹੌਲੀ ਹੌਲੀ ਗਵਰਨਮੈਂਟ ਨੇ ਵੀ ਇਹਦੇ ਵਿੱਚ ਜਿਹੜਾ ਹੈਗਾ ਪਾਰਟਿਸਿਪੇਟ ਕੀਤਾ ਠੀਕ ਹੈ ਹੌਲੀ ਹੌਲੀ ਗਵਰਨਮੈਂਟ ਵੀ ਕੁਝ ਲੈਵਲ ਤੇ ਇਹਦੇ ਵਿੱਚ ਜਿਹੜਾ ਹੈਗਾ ਇਸ ਸੰਸਥਾ ਦੇ ਵਿੱਚ ਹੈ ਇਨਕਲੂਡ ਹੁਣ ਇਹਨਾਂ ਨੇ ਕੁਝ ਕੈਂਪੇਨਿੰਗ ਚਲਾਈਆਂ ਕਿਹੜਾ ਫਸਟ ਕੈਂਪੇਨਿੰਗ ਕਿਹੜੀ ਸੀ ਐਵਰੀ ਲਾਸਟ ਚਾਈਲਡ ਕਦੋਂ ਸ਼ੁਰੂ ਹੋਈ ਹੈ ਕੈਂਪੇਨਿੰਗ 2016 ਦੇ ਵਿੱਚ ਇਹ ਕੈਂਪੇਨਿੰਗ ਕਦੋਂ ਸ਼ੁਰੂ ਹੋਈ 2016 ਦੇ ਵਿੱਚ ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਭਾਵੇਂ ਕਿਸੇ ਦੇ ਘਰ ਛੋਟਾ ਬੱਚਾ ਠੀਕ ਹੈ मतलब ਜਿਵੇਂ ਦੋ ਬ੍ਰਦਰ ਹੈ ਭਾਵੇਂ ਛੋਟਾ ਹੈ ਇੱਕ ਵੱਡਾ ਹੈ ਤਾਂ ਇਹਨਾਂ ਨੇ ਕਿਹਾ ਹਰੇਕ ਬੱਚੇ ਨੂੰ ਇਕੁਅਲੀ ਟ੍ਰੀਟ ਕੀਤਾ ਜਾਵੇ ਨਾ ਤਾਂ ਛੋਟੇ ਨਾਲ ਜ਼ਿਆਦਾ ਪਿਆਰ ਕੀਤਾ ਜਾਵੇ ਨਾ ਬਾਲੇ ਵੱਡੇ ਜਿਹੜਾ ਵੱਡੇ ਨੂੰ ਬਾਲਾ ਪਿਆਰ ਕੀਤਾ ਜਾਵੇ ਇਕੁਅਲ ਰਾਈਟਸ ਇਕੁਅਲ ਟ੍ਰੀਟਮੈਂਟ ਇਹਦਾ ਮੇਨ ਮਕਸਦ ਕੀ ਸੀਗਾ ਇਕੁਅਲ ਟ੍ਰੀਟਮੈਂਟ ਟੂ ਆਲ ਚਾਈਲਡ ठीक है सेकंड ने क्या अ फेयर चांस फॉर ऑल चाइल्ड ठीक है ना तो इन्होंने इस कैंपेनिंग का मेन मकसद की सीगा कि हरेक पर्सन किन्ने भी बच्चे है घर दे विच हरेक नु इक्वल ट्रीटमेंट मिले ना कि बड़ा है चल कोई गल नहीं छोटा है चल कोई गल नहीं हरेक नु बराबर दे मौके मिलन ठीक है हरेक नु बराबर दा चांस मिले हरेक नु इक्वल अपॉर्चुनिटीज मिले किसी भी काम नु करन दे लई इस चीज नु लेके द एवरी लास्ट चाइल्ड 2016 दे विच जेड़ा हैगा ए कैंपेनिंग जेडी है कीती नेक्स्ट द इनविजिबल वेरी वेरी इंपॉर्टेंट द इनविजिबल देखो द इनविजिबल जेडी फाउंड जेडी है ना ਇਹਦੇ ਵਿੱਚ ਇਹਨਾਂ ਨੇ किस गल दी गल कीती इनविजिबल ਦੇ ਵਿੱਚ ਉਹਨਾਂ ਨੇ ਕੀ ਗੱਲ ਕੀਤੀ ਹੈ ਕਿ ਹਜੇ ਵੀ the invisible ਦਾ ਦੇਖੋ ਮਤਲਬ ਕੀ ਹੈ ਇਹਨਾਂ ਨੇ ਮੰਨਿਆ ਕਿ ਹਜੇ ਵੀ ਦੁਨੀਆ ਦੇ ਵਿੱਚ ਇਹੋ ਬੱਚੇ ਹੈਗੇ ਆ ਸਟਰੀਟ ਚਾਈਲਡਸ ਹੈਗੇ ਆ ਜਿਨ੍ਹਾਂ ਬਾਰੇ ਪਤਾ ਹੀ ਨਹੀਂ ਠੀਕ ਹੈ ਲੋਕਾਂ ਨੂੰ ਤਾਂ ਕੀ ਪਤਾ ਹੋਣਾ ਸਰਕਾਰਾਂ ਨੂੰ ਵੀ ਨਹੀਂ ਪਤਾ ਕਿ ਇਹ ਬੰਦਾ ਇੰਡੀਆ ਦਾ ਹੈ ਠੀਕ ਹੈ ਉਹਨਾਂ ਦਾ ਕਿਤੇ ਨਾਮ ਨਹੀਂ ਹੈਗਾ ਕਿਤੇ ਮੈਂਸ਼ਨ ਨਹੀਂ ਹੈਗਾ ਸੜਕਾਂ ਤੇ ਰੁਲਦੇ ਫਿਰਦੇ ਆ ਕੋਈ ਰਾਈਟਸ ਨਹੀਂ ਹੈਗੇ ਉਹਨਾਂ ਨੂੰ ਕੋਈ ਗਵਰਨਮੈਂਟ ਸਕੀਮ ਨਹੀਂ ਮਿਲ ਰਹੀ ठीक है ਤਾਂ ਇਹਨਾਂ ਨੇ ਦ ਇਨਵਿਜ਼ੀਬਲ ਕੰਪੇਨਿੰਗਸ ਦੇ ਵਿੱਚ ਕੀ ਕੀਤਾ ਉਹਨਾਂ ਬੱਚਿਆਂ ਨੂੰ ਫਾਈਂਡ ਆਊਟ ਕੀਤਾ ਜਿਹੜੇ ਬੱਚੇ ਇਨਵਿਜ਼ੀਬਲ ਹੈ ਜਿਨ੍ਹਾਂ ਬਾਰੇ ਗਵਰਨਮੈਂਟ ਪੀਪਲਸ ਨੂੰ ਪਤਾ ਹੀ ਨਹੀਂ ਜਿਹੜੇ ਸੜਕਾਂ ਤੇ ਰੁਲਣ ਵਾਲੇ ਬੱਚੇ ਹੈ ਠੀਕ ਹੈ ਜਿਨ੍ਹਾਂ ਨੂੰ ਨਹੀਂ ਪਤਾ ਇਹਨਾਂ ਨੇ ਉਹਨਾਂ ਬੱਚਿਆਂ ਦੀ ਖੋਜ ਕੀਤੀ ਉਹਨਾਂ ਬੱਚਿਆਂ ਨੂੰ ਇਸ ਕੰਪੇਨਿੰਗ ਰਾਹੀਂ ਲੱਭਿਆ ਤੇ ਉਸ ਤੋਂ ਬਾਅਦ ਉਹਨਾਂ ਨੇ ਇਹਦੇ ਵਿੱਚ ਕੀ ਕੀਤਾ ਉਹਨਾਂ ਨੂੰ ਆਧਾਰ ਕਾਰਡ ਨਾਲ ਜੋੜਿਆ ਉਹਨਾਂ ਬੱਚਿਆਂ ਦੇ ਕੀ ਹੈ आधार कार्ड बनाए ताकि ये बच्चे जेडे इनविजिबल बच्चे हैगे है ये बच्चे जेड़ा हैगा ये भी अपना जेड़ा हैगा गवर्नमेंट दी स्कीम का लाभ उठा सकन इनविजिबल गवर्नमेंट दी स्कीम्स दा जेड़ा हैगा प्रॉपर तरीके नाल लाभ उठा सकन इन्होंने इन्हां नूं लभ्या इन्होंने एक टीम बनाई इन्हू लभ्या ते उन्हां नूं जेड़ा हैगा आधार कार्ड दे नाल जोड़न दी जेड़ा तरीका हैगा जोड़न दा स्कीम जेड़ी हैगी है इन्होंने प्रॉपर इहदे विच शुरू की नेक्स्ट बच्चे मैं फिर कह रहा मैं तुहानू वधिया डिटेल च ही करवा रहा ज्यादा डेप्थ होर स्कीम्स मैं ज्यादा नहीं करवा रहा जिहड़ियां पेपर दे पॉइंट देखो 27th ਨੂੰ पेपर बोल रहे तो आपां नू एक बारी मैं कोशिश यही है कि जेडे बच्चे कोचिंग नहीं ले पा रहे ठीक है जेडे बच्चे किसी भी रीजन करके इकोनॉमिकल रीजन के कारण फाइनेंशियल रीजन के कारण या किसी भी रीजन के करके कोचिंग सेंटरां दे विच ज्वाइनिंग नहीं कर पा रहे उन्हां नू असीं वध तों वध डाटा ਉਹਨਾਂ ਤੱਕ ਵੱਧ ਤੋਂ ਵੱਧ ਡਾਟਾ ਜਿਹੜਾ ਹੈਗਾ ਪ੍ਰੋਵਾਈਡ ਕਰ ਸਕੀਏ ਤੁਸੀਂ ਬੱਚੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੇ ਚੰਗਾ ਲੱਗੇ ਸ਼ੇਅਰ ਕਰ ਦਿਆ ਕਰੋ ਠੀਕ ਹੈ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਨੂੰ ਬੈਲ ਆਈਕਨ ਔਨ ਕਰ ਲਓ ਤਾਂ ਕਿ ਤੁਹਾਨੂੰ ਜਿਹੜਾ ਹੈਗਾ ਸਾਡੀ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਜਿਹੜੀ ਹੈਗੀ ਮਿਲਦੀ ਜੇ ਸਰਵੇ ਠੀਕ ਹੈ ਕੁਛ ਨਾ ਕੁਝ ਦੇਖੋ ਜੇ ਤੁਹਾਨੂੰ ਜ਼ਿਆਦਾ ਵਧੇ ਨਹੀਂ ਤਾਂ ਕੁਛ ਨਾ ਕੁਛ ਤਾਂ ਸਿੱਖ ਕੇ ਹੀ ਜਾਓਗੇ ਤਾਂ 30 ਮਿੰਟ 40 ਮਿੰਟ ਦਾ ਲੈਕਚਰ ਸੁਣਨ ਨਾਲ ਕੋਈ ਜ਼ਿਆਦਾ ਟਾਈਮ ਵੇਸਟ ਨਹੀਂ ਹੁੰਦਾ ਤਾਂ ਇੱਕ ਵਾਰੀ ਨਿਗਾਹ ਚੋਂ ਕੱਢ ਲਓ ਹੋ ਸਕਦਾ ਹੈ ਤੁਹਾਡੇ ਲਈ ਇਹ ਤੁਹਾਡੇ ਪੇਪਰ ਦੇ ਵਿੱਚ ਬੈਨੀਫੀਸ਼ੀਅਲ ਹੋਵੇ नेक्स्ट है थर्ड जीनियस फाउंडेशन देखो जीनियस जेडी फाउंडेशन है ठीक है ना याद रखियो जेडी जीनियस मैं तुहानू ना मैं एक करवाऊंगा तुहानू ਜਦੋਂ ਆਪਾਂ ਕੀਤਾ ਸੀ ਨਾ ਕੰਟੀਜੈਂਟਲ ਹੈਲਥ ਡਿਸੀਜ਼ ਤੁਸੀਂ ਕੀਤਾ ਸੀਗਾ अर्ਲੀ ਚਾਈਲਡहुड डिफॉर्मिटीज ਦੇ ਵਿੱਚ
ठीक है, मैं ਤੁਹਾਨੂੰ ਕਿਹਾ ਸੀਗਾ ਇੱਕ ਫਾਊਂਡੇਸ਼ਨ ਹੈਗੀ ਹੈ ਜਿਹੜੀ ਬੱਚਿਆਂ ਦੇ ਹਰਟ ਦੇ ਨਾਲ ਰਿਲੇਟਡ ਹੈ। ਤਾਂ ਕਿਹੜੀ ਫਾਊਂਡੇਸ਼ਨ ਹੈ? ਜੀਨੀਅਸ ਫਾਊਂਡੇਸ਼ਨ ਹੈ। ਯਾਦ ਰੱਖਿਓ ਇਹਦਾ ਮੇਨ ਮਕਸਦ ਬੱਚੇ ਦੇ ਹਰਟ ਨੂੰ ਬਚਾਉਣਾ। ਇਹਦਾ ਮੇਨ ਮੋਟੋ ਲਿਖ ਲਓ, ਟੂ ਸੇਵ ਲਿਟਲ ਹਰਟ। ਇਹਦਾ ਮੇਨ ਮਕਸਦ ਕੀ ਹੈ? ਬੱਚਿਆਂ ਦੇ ਦਿਲ ਦੀ ਰੱਖਿਆ ਕਰਨਾ। ਠੀਕ ਹੈ, ਮਤਲਬ ਇਹ ਜਿਹੜੀ ਫਾਊਂਡੇਸ਼ਨ ਹੈ ਇਹ ਕੀ ਕਰਦੇ ਹੈ? ਜਿਨ੍ਹਾਂ ਬੱਚਿਆਂ ਦੇ, ਦੇਖੋ ਆਪਾਂ ਕਹਿੰਦੇ ਨਾ ਜਿਹੜੀ ਹਾਰਟ ਡਿਸੀਜ਼ ਹੈ ਨਾ, ਕੰਜਾਈਟਲ ਹਾਰਟ ਡਿਸੀਜ਼ ਹੈ, ਮੋਸਟ ਕਾਮਨਲੀ ਪ੍ਰੋਬਲਮ ਹੈ। ਠੀਕ ਹੈ ਨਾ, ਤਾਂ ਇਹ ਇਸ ਫਾਊਂਡੇਸ਼ਨ ਦਾ ਕੰਮ ਕੀ ਹੈ ਕਿ ਜਿਨ੍ਹਾਂ ਦੇ ਪੇਰੈਂਟਸ ਦੀ ਇਨਕਮ 15,000, ਜਿਨ੍ਹਾਂ ਦੇ ਪੇਰੈਂਟਸ ਦੀ ਇਨਕਮ 15,000 ਪਰ ਮੰਥ ਤੋਂ ਘੱਟ ਹੈ, ਜਾਂ ਜਿਨ੍ਹਾਂ ਦੇ ਪੇਰੈਂਟਸ ਆਪਣੇ ਬੱਚਿਆਂ ਦਾ ਹਾਰਟ ਦੇ ਨਾਲ ਰਿਲੇਟਡ ਇਲਾਜ ਨਹੀਂ ਕਰਵਾ ਸਕਦੇ। ਇਹ ਬੇਸਿਕਲੀ ਹਾਰਟ ਨਾਲ ਸੰਬੰਧਿਤ ਹੈ। ਠੀਕ ਹੈ, ਹਾਰਟ ਨਾਲ ਰਿਲੇਟਡ ਇਲਾਜ ਨਹੀਂ ਕਰਵਾ ਸਕਦੇ, ਉਹਨਾਂ ਬੱਚਿਆਂ ਦਾ ਇਹ ਫ੍ਰੀ ਇਲਾਜ ਹੈ। ਬਹੁਤ ਪਰਸਨ ਹੈਗੇ ਆ ਜਿਹੜੇ ਹੁਣ ਤੱਕ ਇਸ ਫਾਊਂਡੇਸ਼ਨ ਦਾ ਲਾਭ ਉਠਾ ਚੁੱਕੇ ਹੈ। ਇਹ ਹੈ ਜਿਹੜੇ ਇਸ ਚੀਜ਼ ਦਾ ਲਾਭ ਉਠਾ ਚੁੱਕੇ ਹੈ। ਇਹਨਾਂ ਦੀ ਜਿਹੜੀ ਇਹਨਾਂ ਦੀ ਸਾਈਟ ਹੈ ਕਿਹੜੀ ਹੈ? genius-foundation.net। .net ਇਹਨਾਂ ਦੀ ਹੈਗੀ ਹੈ। ਠੀਕ ਹੈ, ਜਿਹੜੇ ਬੱਚੇ ਅਫੋਰਡ ਨਹੀਂ ਕਰ ਸਕਦੇ ਉਹਨਾਂ ਦੇ ਲਈ ਇਹ ਫਾਊਂਡੇਸ਼ਨ ਕੀ ਹੈ? ਟ੍ਰੀਟਮੈਂਟ ਕਰਵਾਉਂਦੀ ਹੈ, ਪ੍ਰੋਪਰ ਫੁੱਲੀ ਉਹਦਾ ਕੀ ਹੈ? ਫ੍ਰੀ ਇਲਾਜ ਕਰਵਾਉਂਦੀ ਹੈ। ਨੈਕਸਟ ਕਾਠਾ ਜਿਹੜੀ ਹੈ ਇਹ ਕੀ ਹੈ? ਇਹ ਅੰਡਰ ਪ੍ਰਿਵਿਲੇਜ ਜਿਹੜੇ ਪਰਸਨ ਹੈਗੇ ਆ, ਇਹਨਾਂ ਦਾ ਕੰਮ ਕੀ ਹੈ? ਉਹਨਾਂ ਨੂੰ ਕੁਆਲਿਟੀ ਐਜੂਕੇਸ਼ਨ, ਇਹਨਾਂ ਦਾ ਮੇਨ ਫੋਕਸ ਕੀ ਹੈ? ਕੁਆਲਿਟੀ ਐਜੂਕੇਸ਼ਨ। ਅੰਡਰ ਪ੍ਰਿਵਿਲੇਜ ਜਿਹੜੇ ਵਿਲੇजेस ਹੈਗੇ ਆ ਉਹਨਾਂ ਦੇ ਬੱਚਿਆਂ ਨੂੰ ਕੁਆਲਿਟੀ ਐਜੂਕੇਸ਼ਨ ਪ੍ਰੋਵਾਈਡ ਕਰਨਾ ਇਸ ਸੰਸਥਾ ਦਾ ਮੇਨ ਕੰਮ ਹੈ। ਇਹਨਾਂ ਨੇ ਕਾਫੀ ਨਾ ਆਪਣੇ ਅੰਡਰ ਕਾਫੀ ਸਕੂਲਸ, ਲੈਬਸ ਜਿਹੜੇ ਹੈਗੇ ਆ ਉਹ ਐਸਟੈਬਲਿਸ਼ ਕੀਤੇ ਆ। ਕਿਹੜੇ ਲਿਖ ਲਓ, काठा लैब स्कूल जिन्होंने बनाया। सेकंड ठीक है, काठा स्लम रेजिडेंस इनिशिएटिव। काठा इंग्लिश अकेडमी। ठीक है, ਇਹਦਾ ਹੈਡਕੁਆਟਰ ਕਿੱਥੇ ਹੈ? ਨਿਊ ਦਿੱਲੀ। ਇਹਦਾ ਹੈਡਕੁਆਟਰ ਕਿੱਥੇ ਹੈ? ਨਿਊ ਦਿੱਲੀ ਦੇ ਵਿੱਚ ਹੈ। ਤੁਹਾਨੂੰ ਕੁਐਸਚਨ ਆ ਸਕਦਾ ਹੈ ਕਿ ਇਹਦਾ ਹੈਡਕੁਆਟਰ ਕਿੱਥੇ ਹੈ? ਕਿੱਥੇ ਹੈ? ਨਿਊ ਦਿੱਲੀ। ਨੈਕਸਟ ਐਂਡ ਵੈਰੀ ਵੈਰੀ ਇੰਪੋਰਟੈਂਟ ਫਾਊਂਡੇਸ਼ਨ, ਸਮਾਈਲ ਫਾਊਂਡੇਸ਼ਨ। ਕਿਹੜੀ ਫਾਊਂਡੇਸ਼ਨ ਦੀ ਮੈਂ ਗੱਲ ਕਰ ਰਿਹਾ? ਸਮਾਈਲ। ਫਿਫਥ ਕਰ ਰਹੇ ਹਾਂ ਆਪਾਂ, ਸਮਾਈਲ ਫਾਊਂਡੇਸ਼ਨ। ਇਹ ਕਦੋਂ ਤੋਂ ਕੰਮ ਕਰ ਰਹੀ ਹੈ? 2002। हाँ जी, नेक्स्ट ਆਪਾਂ ਗੱਲ ਕਰ ਰਹੇ ਹਾਂ ਸਮਾਈਲ ਫਾਊਂਡੇਸ਼ਨ ਜਿਹੜੀ 2002 ਵਿੱਚ ਬਣੀ, ਜਿਹਦਾ ਮੋਟੋ ਕੀ ਹੈ? ਜਿਹਦਾ ਮੋਟੋ ਕੀ ਹੈ? ਫॉर चिल्ड्रन हेल्थ एंड एजुकेशन। ਇਹਦਾ ਮੇਨ ਕੰਮ ਕੀ ਹੈ? ਬੱਚਿਆਂ ਦੀ ਹੈਲਥ ਦੀ ਕੇਅਰ ਕਰਨਾ, ਬੱਚਿਆਂ ਨੂੰ ਪ੍ਰੋਪਰ ਐਜੂਕੇਸ਼ਨ ਦੇਣਾ ਤੇ ਉਹਨਾਂ ਦੇ ਫੇਸ ਦੇ ਉੱਪਰ ਸਮਾਈਲ ਲੈ ਕੇ ਆਉਣਾ। ਕਲੀਅਰ? ਇਹਦਾ ਹੈਡਕੁਆਟਰ ਕਿੱਥੇ ਹੈ? ਨਿਊ ਦਿੱਲੀ ਦੇ ਵਿੱਚ। ਇਹਦਾ ਹੈਡਕੁਆਟਰ ਕਿੱਥੇ ਹੈ? ਨਿਊ ਦਿੱਲੀ ਦੇ ਵਿੱਚ। ਇਹਦੇ ਫਾਊਂਡਰ ਕਿਹਨੂੰ ਮੰਨਿਆ ਜਾਂਦਾ ਹੈ? ਸੰਤਨੂ ਮਿਸ਼ਰਾ। ਸੰਤਨੂ ਮਿਸ਼ਰਾ ਇਹਦੇ ਹੈਡ ਸੀਗੇ। ਇਹਦੇ ਨਾਲ ਕੁਐਸਚਨ ਆਉਂਦਾ ਹੁੰਦਾ ਹੈ ਰੀਜਨਲ ਆਫਿਸ। ਇਹਦੇ ਰੀਜਨਲ ਆਫਿਸ ਕਿੱਥੇ ਕਿੱਥੇ ਲਿਖ ਲਓ, ਮੁੰਬਈ, बेंगलोर, गोवा, हैदराबाद, चेन्नई, पुणे ते कोलकाता। ये रीजनल ऑफिस है। ठीक है, तो ये पेपर ਦੇ ਵਿੱਚ क्वेश्चन आ सकता है रीजनल ऑफिस ਨਾਲ रिलेटेड। स्माइल फाउंडेशन का मेन काम ਕੀ है? हेल्थ एंड एजुकेशन। स्माइल फाउंडेशन बनी कदों है? 2002 ਦੇ ਵਿੱਚ बनी है। ठीक है, ਤੇ ਅਗਲਾ ਆਪਾਂ ਗੱਲ ਕਰ ਰਹੇ ਹਾਂ ਚਾਈਲਡ ਲਾਈਨ ਫਾਊਂਡੇਸ਼ਨ। ਆਪਾਂ
ਆਪਾਂ ਗੱਲ ਕਰ ਰਹੇ ਹਾਂ ਚਾਈਲਡ ਲਾਈਨ ਫਾਊਂਡੇਸ਼ਨ। ਇਹ ਜਿਹੜੀ ਫਾਊਂਡੇਸ਼ਨ ਹੈ ਇਹ ਕਦੋਂ ਤੋਂ ਕੰਮ ਕਰ ਰਹੀ ਹੈ 1998 99 ਤੋਂ ਆਲ ਆਫ ਇੰਡੀਆ ਦੇ ਵਿੱਚ ਇਹ ਸੰਸਥਾ ਜਿਹੜੀ ਹੈ ਕੰਮ ਕਰ ਰਹੀ ਹੈ। ਇਹ 20 ਪਹਿਲੀ ਇਹ ਜੀ ਸੰਸਥਾ ਹੈ ਜਿਹੜੀ 24/7 ਜਿਹੜੀ ਹੈ ਵਰਕ ਕਰਦੀ ਹੈ। ਇੱਕ ਬੱਚਿਆਂ ਦੇ ਕਾਲਿੰਗ ਦੇ ਲਈ ਕਿਸੇ ਵੀ ਟਾਈਮ ਬੱਚੇ ਨੂੰ ਕੋਈ ਪ੍ਰੋਬਲਮ ਹੈ ਤਾਂ 1098 ਇੱਕ ਕਾਲਿੰਗ ਫੈਸਿਲਿਟੀ ਹੈ। ਇੱਕ ਕਾਲਿੰਗ ਬੱਚੇ ਨੂੰ ਫੈਸਿਲਿਟੀ ਦਿੰਦੇ ਹੈ ਕਿ ਬੱਚੇ ਨੂੰ ਕਿਸੇ ਵੀ ਟਾਈਮ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੈ ਜੋ ਹਫਤੇ ਦੇ ਵਿੱਚ 7 ਦਿਨ ਪੂਰੇ ਦੇ ਪੂਰੇ 24 ਘੰਟੇ ਤਾਂ ਇਸ ਨੰਬਰ ਜਿਹੜਾ ਹੈਗਾ ਹਮੇਸ਼ਾ ਅਵੇਲੇਬਲ ਰਹਿੰਦਾ ਹੈ। ਇਹ ਤੇ ਕਾਲ ਕਰਕੇ ਬੱਚੇ ਦੀ ਉਸ ਬੱਚਾ ਆਪਣੀ ਪ੍ਰੋਬਲਮ ਦੱਸ ਸਕਦਾ ਹੈ ਤੇ ਇਹ ਜਿਹੜੀ ਸੰਸਥਾ ਹੈ ਚਾਈਲਡ ਲਾਈਨ ਫਾਊਂਡੇਸ਼ਨ ਹੈ ਉਸ ਪ੍ਰੋਬਲਮ ਦਾ ਜਲਦੀ ਤੋਂ ਜਲਦੀ ਕੀ ਹੈ ਨਿਪਟਾਰਾ ਕਰਦੀ ਹੈ। ਤਾਂ ਇਹ ਪਹਿਲੀ ਇਹ ਜੀ ਫਾਊਂਡੇਸ਼ਨ ਹੈ ਜਿਹੜੀ 24/7 ਜਿਹੜਾ ਹੈ ਵਰਕ ਕਰਦੀ ਹੈ। ਨੈਕਸਟ ਵੈਰੀ ਇੰਪੋਰਟੈਂਟ ਗੂੰਜ ਅ ਵੌਇਸ ਆਫ ਅ ਚਾਈਲਡ। ਠੀਕ ਹੈ, ਇਹ ਕਦੋਂ ਕੰਮ ਕਰਨਾ ਸ਼ੁਰੂ ਕੀਤਾ ਇਹਨੇ ਵੀ 1999 ਦੇ ਵਿੱਚ ਇਹਨੇ ਕੰਮ ਕਰਨਾ ਸ਼ੁਰੂ ਕੀਤਾ। ਇਹਦਾ ਮੋਟੋ ਜਾਂ ਸਲੋਗਨ ਕੀ ਹੈ ਅ ਵੌਇਸ ਐਂਡ ਐਫਰਟ। ਅ ਵੌਇਸ ਐਂਡ ਐਫਰਟ। ਠੀਕ ਹੈ, ਇਹਦੇ ਫਾਊਂਡਰ ਕੌਣ ਹੈ अंशु गुप्ता। ਇਹਦੇ ਫਾਊਂਡਰ ਕਿਹਨੂੰ ਮੰਨਿਆ ਜਾਂਦਾ ਹੈ ਅੰਸ਼ੂ ਗੁਪਤਾ ਜਿਨ੍ਹਾਂ ਨੂੰ ਅਵਾਰਡ ਵੀ ਮਿਲਿਆ ਇਸ ਸੰਸਥਾ ਦੇ ਲਈ। ਮੈਂ ਤੁਹਾਨੂੰ ਕੀ ਗੱਲ ਕਰੂੰਗਾ ਕਿ ਗੂੰਜ ਕਿਸ ਚੀਜ਼ ਨਾਲ ਰਿਲੇਟਡ ਕੰਮ ਕਰਦੀ ਹੈ। ਪਹਿਲਾਂ ਇਹ ਸੰਸਥਾ ਨੂੰ ਇੱਕ ਅਵਾਰਡ ਮਿਲਿਆ, ਅਵਾਰਡ ਦਾ ਨਾਮ ਲਿਖ ਲਓ ਰਮਨ ਮੈਗਸੇਸੇ ਅਵਾਰਡ। ਕਦੋਂ ਮਿਲਿਆ ਸੀ ਇਹਨਾਂ ਨੂੰ ਇਹ ਅਵਾਰਡ 2015 ਦੇ ਵਿੱਚ ਇਹ ਅਵਾਰਡ ਮਿਲਿਆ ਇਹਨਾਂ ਨੂੰ। ठीक है, इन्हों का मेन फोकस की है मेन फोकस डिजास्टर रिलीफ, प्रोवाइड क्लोथ, एजुकेशन एंड चाइल्ड वेलफेयर। ठीक है, इन्हों का मेन फोकस किया डिजास्टर रिलीफ देना, जिथे कोई मतलब कोई कुदरती आपदा आ गई है ठीक है उत्थे रिलीफ देना मतलब समान पहुंचाना, क्लोज लोड़वंदां नूं क्लोज देना, एजुकेशन देना, चाइल्ड दे वेलफेयर दे लई काम करना गूंज संस्था दा जिहड़ा हैगा एक काम है, एक जिहड़ा हैगा इस दे मेन काम है। इन्हां ने कुछ 3 इनिशिएटिव लाए, बहुत इंपॉर्टेंट पॉइंट है बच्चे याद रखियो। इन्हां ने इस संस्था ने 3 इनिशिएटिव लाए ते कुछ कैंपेनिंग काफी इंटरेस्टिंग है, कुछ कैंपेनिंग चलाइयां, 3 इनिशिएटिव लाए। आपां डिस्कस करदे हां कि केड़े-केड़े इनिशिएटिव है। फर्स्ट इन्होंने गल की है क्लोथ फॉर चाइल्ड, क्लोथ फॉर वर्क, सॉरी क्लोथ फॉर वर्क। देखो क्लोथ फॉर वर्क का मतलब की है ये इनिशिएटिव किन्ना बंदियां दे लई हैगा जिहड़े डिग वेल्स दे विच काम करदे हैं, सीवरेजेस दे विच जिहड़े काम करदे हैं, नहरां नूं जिहड़े साफ करदे हैं। ठीक है, जिहड़े ओ वर्कर्स हैगे जिहड़े जिन्हां नूं प्रॉपर फर्नीचर नहीं मिलता, जिन्हां नूं प्रॉपर कपड़े नहीं मिलते, जिन्हां नूं प्रॉपर जिहड़ा है फैसिलिटीज नहीं मिलदियां, उन्हां दे लई ये जिहड़ी कैंपेनिंग है ये चलाई गई है। ठीक है, ਇਹਦਾ ਨਾਮ ਹੁਣ ਬਦਲ ਕੇ ਕੀ ਰੱਖ ਦਿੱਤਾ ਗਿਆ ਹੈ, ਇਸ ਇਨੀਸ਼ੀਏਟਿਵ ਦਾ ਨਾਮ ਹੁਣ ਕੀ ਕਰ ਦਿੱਤਾ ਹੈ ਕਿ ਡਿਗਨਿਟੀ ਫॉर ਵਰਕ। ਠੀਕ ਹੈ, ਜਿਹੜੇ ਲੋਕ ਇਸ ਤਰ੍ਹਾਂ ਦੇ ਕੰਮ ਕਰਦੇ ਆ ਉਹਨਾਂ ਦੇ ਲਈ ਇਹ ਇਨੀਸ਼ੀਏਟਿਵ ਬੇਸਿਕਲੀ ਉਹਨਾਂ ਪਰਸਨਸ ਦੇ ਲਈ ਹੈ, ਉਹਨਾਂ ਦੇ ਪਰਿਵਾਰਾਂ ਦੇ ਲਈ ਹੈ ਤਾਂ ਕਿ ਜਿਹੜਾ ਹੈਗਾ ਉਹਨਾਂ ਨੂੰ ਪ੍ਰੋਪਰ ਫੂਡ ਪ੍ਰੋਪਰ ਫਰਨੀਚਰ ਪ੍ਰੋਵਾਈਡ ਕੀਤਾ ਜਾ ਸਕੇ। ਇਸ ਇਨੀਸ਼ੀਏਟਿਵ ਕਲੋਥ ਫॉर ਵਰਕ ਦਾ ਅੱਜ ਕੱਲ੍ਹ ਨਾਮ ਬਦਲ ਕੇ ਕੀ ਰੱਖਿਆ ਗਿਆ ਹੈ ਡਿਗਨਿਟੀ फॉर वर्क। नेक्स्ट सेकंड वेरी इंपॉर्टेंट नॉट just a piece of cloth। एक जो आया सीगा 2004 ਦੇ ਵਿੱਚ। देखो ਗੂੰਜ ਨੇ ਨਾ ਇੱਕ ਇਨੀਸ਼ੀਏਟਿਵ ਚਲਾਇਆ ਉਹ ਅੰਡਰ ਪ੍ਰਿਵਿਲੇਜਡ ਵਿਲੇजेस ਦੇ ਵਿੱਚ ਉਹਨਾਂ ਗਰਲਸ ਦੇ ਲਈ ਜਿਨ੍ਹਾਂ ਨੂੰ ਜਿਹੜਾ ਹੈਗਾ ਪੈਡ ਦਾ ਨਹੀਂ ਪਤਾ। ਠੀਕ ਹੈ ਨਾ, ਪੈਡਸ ਦਾ ਜਿਹੜਾ ਹੈ ਨਹੀਂ ਪਤਾ, ਉਹਨਾਂ ਦੇ ਲਈ ਉਹਨਾਂ ਨੇ ਕੀ ਕੀਤਾ जगह अलग अलग जगह तो आके लोगों को इनिशिएट किया कि वो अपने वेस्ट पुराने कपड़े, ठीक है कोई पुराने कपड़े है ਜਾਂ ਜਿਹੜਾ ਹੈਗਾ ਕੋਈ ਕੱਪੜੇ ਜਿਹੜੇ ਉਹ ਨਹੀਂ ਪਾਉਂਦੇ ਜਾਂ ਕੋਈ ਖਰਾਬ ਹੋ ਚੁੱਕੇ ਕੱਪੜੇ ਹੈ ਤਾਂ ਉਹਨਾਂ ਨੂੰ ਜਿਹੜਾ ਹੈ ਉਹਨਾਂ ਨੇ ਕਿਹਾ ਸੀ ਡੋਨੇਟ ਕਰੋ ਸਾਨੂੰ। ਉਹਦੇ ਲਈ ਇਹ ਕੀ ਕਰਦੇ ਸੀ, ਇਹ ਸੰਸਥਾ ਕੀ ਕਰਦੀ ਸੀ, ਜਿਹੜੀ ਗੂੰਜ ਹੈ ਇਹ ਕੀ ਕਰਦੀ ਸੀ ਇਸ ਇਨੀਸ਼ੀਏਟਿਵ ਵਿੱਚ ਉਹਨਾਂ ਕੱਪੜਿਆਂ ਨੂੰ ਦੁਆਰਾ ਪ੍ਰੋਪਰ ਸੈਨੀਟਾਈਜ਼ ਕਰਕੇ ਪ੍ਰੋਪਰਲੀ ਉਹਨੂੰ ਪ੍ਰੋਪਰਲੀ ਵਾਸ਼ ਕਰਕੇ ਸੈਨੀਟਾਈਜ਼ ਕਰਕੇ ਉਹਨਾਂ ਨੇ ਉਹਦੇ ਕੀ ਬਣਾਤੇ ਪੈਡ ਬਣਾਤੇ। ठीक है, सैनिटरी पैड्स
बनाए ते अंडर प्रिविलेज ਜਿਹੜੀ ਵੂਮਨ ਜਿਨ੍ਹਾਂ ਨੂੰ ਇਹਨਾਂ ਬਾਰੇ ਨਹੀਂ ਪਤਾ, ਜਿਹੜੀਆਂ ਕਾਫੀ ਮਹਾਮਾਰੀ ਦੀਆਂ ਸ਼ਿਕਾਰ ਹੋ ਰਹੀਆਂ, ਠੀਕ ਹੈ, ਉਹਨਾਂ ਦੇ ਲਈ ਉਹਨਾਂ ਨੇ ਉਹ ਪੈਡਸ 5 ਰੁਪਏ ਦੇ ਵਿੱਚ 5 ਪੀਸ 5 ਰੁਪਏ ਦੇ ਵਿੱਚ 5 ਪੀਸ ਜਿਹੜੇ ਹੈਗੇ ਲੋਕਾਂ ਨੂੰ ਅਵੇਲੇਬਲ ਕਰਵਾਏ, ਠੀਕ ਹੈ। ਅੱਜ ਇਹ ਜਿਹੜੀ ਚੀਜ਼ ਹੈ, ਅੱਜ ਜਿਹੜੀ ਇਹ ਗੂੰਜ ਹੈਗੇ ਹੈ, ਠੀਕ ਹੈ, ਇਹ ਇੰਨਾ ਜ਼ਿਆਦਾ ਵਰਲਡ ਲੈਵਲ ਤੇ ਹੋ ਚੁੱਕਿਆ ਹੈ ਕਿ ਅੱਜ ਕੱਲ ਇਹਦਾ ਇੱਕ ਪੈਡ ਆ ਰਿਹਾ ਗੂੰਜ ਪੈਡ, ਜਿਹੜਾ ਪੂਰੀ ਤੌਰ ਤੇ ਬਾਇਓਡੀਗ੍ਰੇਡੇਬਲ ਹੈ, ਜਿਹਨੂੰ ਆਪਾਂ ਰੀਯੂਜ਼ ਵਾਸ਼ ਕਰ ਸਕਦੇ ਹਾਂ। ਇਹ ਅੱਜ ਦੇ ਸਮੇਂ ਚੱਲ ਰਿਹਾ ਹੈ, ਠੀਕ ਹੈ। ਪਹਿਲਾਂ ਇਹਨਾਂ ਨੇ ਨਾਟ ਜਸਟ ਅ ਪੀਸ ਆਫ ਕਲੋਥ ਦੇ ਵਿੱਚ ਇਹਨਾਂ ਨੇ ਲੋਕਾਂ ਨੂੰ ਇਨੀਸ਼ੀਏਟ ਕੀਤਾ, ਕੱਪੜਿਆਂ ਨੂੰ ਜਿਹੜਾ ਹੈਗਾ ਦਾਨ ਕਰੋ, ਤਾਂ ਕਿ ਉਹਨਾਂ ਲੋਕਾਂ ਤੱਕ ਇਹਨਾਂ ਦਾ ਯੂਜ਼ ਕਰਕੇ ਰੀਯੂਜ਼ ਕਰਕੇ ਪੈਡਸ ਦੇ ਰੂਪ ਵਿੱਚ ਉਹਨਾਂ ਨੂੰ ਪਹੁੰਚਾਇਆ ਜਾ ਸਕੇ, ਠੀਕ ਹੈ। ਨੈਕਸਟ ਥਰਡ, ਥਰਡ ਆਪਾਂ ਗੱਲ ਕਰ ਰਹੇ ਹਾਂ ਸਕੂਲ ਟੂ ਸਕੂਲ। ਥਰਡ ਇਹਨਾਂ ਦਾ ਕੀ ਸੀਗਾ, ਥਰਡ ਇਨੀਸ਼ੀਏਟਿਵ ਇਹਨਾਂ ਦਾ ਕੀ ਸੀਗਾ, ਸਕੂਲ ਟੂ ਸਕੂਲ। ਦੇਖੋ ਗੂੰਜ ਦੇ ਵਿੱਚ ਜਿਹੜੇ ਪਰਸਨ ਇਨਕਲੂਡ ਸੀਗੇ, ਉਹ ਉਹਨਾਂ ਦਾ ਇੱਕ ਇਨੀਸ਼ੀਏਟਿਵ ਚਲਾਇਆ ਸਕੂਲ ਟੂ ਸਕੂਲ। ਦੇਖੋ ਇਹ ਕੀ ਕਰਦੇ ਸੀਗੇ ਕਿ ਸ਼ਹਿਰਾਂ ਦੇ ਵਿੱਚ ਜਿਹੜੇ ਬੱਚਿਆਂ ਦੇ ਕਿਟਸ ਬੈਗਸ ਜਿਹੜੇ ਹੈਗੇ ਆ, ਜਿਹੜੇ ਖਰਾਬ ਹੋ ਜਾਂਦੇ ਸੀਗੇ, ਠੀਕ ਹੈ, ਜਿਹੜੇ ਬੈਗ ਸੀਗੇ ਜਿਹੜੇ ਖਰਾਬ ਹੋ ਜਾਂਦੇ ਸੀਗੇ, ਸਕੂਲ ਕਿਟਸ ਜਿਹੜੀਆਂ ਹੈਗੀਆਂ, ਜਿਹੜੀਆਂ ਖਰਾਬ, ਕੋਈ ਜਿਓਮੈਟਰੀ ਕਿਸ ਦੀ ਖਰਾਬ ਹੋ ਗਈ, ਕਿਸੇ ਦੇ ਪੈਨਸਿਲ ਛੋਟੀ ਰਹਿ ਗਈ, ਕਿਸੇ ਦੀ ਰਬੜ ਹਾਫ ਟੁੱਟੀ ਹੋਈ ਹੈ, ਕਿਸੇ ਦੇ ਕੋਈ ਪੁਰਾਣੇ ਕਲੌਥ ਪੁਰਾਣੇ ਪਏ ਹੈ, ਸਕੂਲ ਯੂਨੀਫਾਰਮ ਉਹਨਾਂ ਦੀ ਪੁਰਾਣੀ ਪਈ ਹੈ, ਠੀਕ ਹੈ, ਤਾਂ ਉਹਨਾਂ ਤੋਂ ਜਾ ਕੇ ਘਰ ਘਰ ਜਾ ਕੇ ਸਕੂਲ ਤੋਂ ਸਕੂਲ ਜਾ ਕੇ ਉਹਨਾਂ ਤੋਂ ਉਹ ਚੀਜ਼ ਦੀ ਕਲੈਕਸ਼ਨ ਕਰਦੇ ਸੀ ਤੇ ਉਹਨੂੰ ਕਿਹਦਾ ਰੂਪ ਦਿੰਦੇ ਸੀਗੇ, ਸਕੂਲ ਕਿਟ ਦਾ। ਉਹਨੂੰ ਕਿਹਦਾ ਰੂਪ ਦੇ ਦਿੰਦੇ ਸੀਗੇ, ਸਕੂਲ ਕਿਟ ਦਾ ਰੂਪ ਦੇ ਦਿੰਦੇ ਸੀਗੇ। ਤੇ ਇਹਨੂੰ ਉਹਨਾਂ ਪਰਸਨਸ ਤੱਕ ਪਹੁੰਚਾਇਆ ਜਾਂਦਾ ਸੀਗਾ ਜਿਹੜੇ ਪਰਸਨ ਇਸ ਚੀਜ਼ ਨੂੰ ਖਰੀਦਣ ਦੇ ਵਿੱਚ ਜਿਹੜੇ ਹੈਗੇ ਆ ਸક્ષਮ ਨਹੀਂ, ਜਾਂ ਜਿਹੜੇ ਬੱਚਿਆਂ ਨੂੰ ਇਹਨਾਂ ਬਾਰੇ ਪਤਾ, ਜਿਹੜੇ ਉਹ ਪਿੰਡਾਂ ਦੇ ਵਿੱਚ ਜਿਹੜੇ ਬੱਚਿਆਂ ਨੂੰ ਨਹੀਂ ਪਤਾ, ਜਿਹੜੇ ਬੱਚੇ ਇਸ ਚੀਜ਼ ਨੂੰ ਸਕੂਲ ਕਿਟਸ ਨੂੰ ਨਹੀਂ ਖਰੀਦ ਸਕਦੇ, ਉਹਨਾਂ ਬੱਚਿਆਂ ਤੱਕ ਉਸ ਨੂੰ ਦੁਬਾਰਾ ਰਿਪੇਅਰ ਕਰਕੇ ਪੁਰਾਣੇ ਜਿਹੜੇ ਕਲੈਕਸ਼ਨ ਹੋਏਗੀ ਸਕੂਲ ਕਿਟਸ ਦੀ, ਬੈਗਸ ਦੀ, ਕਲੋਥਸ ਦੀ, ਠੀਕ ਹੈ ਨਾ, ਪੈਨ ਪੈਨਸਿਲਸ ਦੀ, ਉਹਨੂੰ ਦੁਬਾਰਾ ਜਿਹੜਾ ਹੈਗਾ ਉਹਨੂੰ ਠੀਕ ਕਰਕੇ ਉਹਦੀ ਰਿਪੇਅਰਿੰਗ ਕਰਕੇ ਉਹਨੂੰ ਸਕੂਲ ਕਿਟ ਦਾ ਰੂਪ ਦੇ ਕੇ ਉਹਨਾਂ ਬੱਚਿਆਂ ਤੱਕ ਜਿਹੜਾ ਹੈਗਾ ਪਹੁੰਚਾਇਆ ਜਾਂਦਾ ਸੀ। ਇਹ ਇਨੀਸ਼ੀਏਟਿਵ ਕਿਹਨੇ ਲਿਆ ਸੀਗਾ, ਗੂੰਜ ਨੇ ਲਿਆ ਸੀ। ਕਿਹਨੇ ਇਨੀਸ਼ੀਏਟ ਲਿਆ ਸੀ ਵਾਲਾ, ਗੂੰਜ ਆਰਗੇਨਾਈਜੇਸ਼ਨ ਨੇ ਇਸ ਚੀਜ਼ ਦਾ ਜਿਹੜਾ ਹੈ ਇਨੀਸ਼ੀਏਟ ਲਿਆ। ਚਲੋ ਇਹ ਤਾਂ ਹੋ ਗਏ ਇਨੀਸ਼ੀਏਟ। ਹੁਣ ਆਪਾਂ ਗੱਲ ਕਰਦੇ ਹਾਂ ਕੰਪੇਨਿੰਗਸ ਦੀ। ਇਹਨਾਂ ਨੇ ਕੁਝ ਕੰਪੇਨਿੰਗਸ ਵੀ ਚਲਾਈਆਂ, ਜਿਵੇਂ ਇੱਕ ਜੋੜੀ ਕਪੜਾ, ਇੱਕ ਜੋੜੀ, ਬੱਚੇ ਯਾਦ ਰੱਖਿਓ, ਇੱਕ ਜੋੜੀ ਕਪੜਾ ਜਿਹੜਾ ਕਿਸੇ 2010 ਦੇ ਵਿੱਚ ਜਿਹਨੂੰ ਲਾਂਚ ਕੀਤਾ ਗਿਆ ਸੀ, ਜਿਹਨੂੰ ਹੈਲਪ ਕਿਹਨੇ ਕੀਤੀ ਸੀ, ਵਰਲਪੂਲ ਕਾਰਪੋਰੇਸ਼ਨ। ਵਰਲਪੂਲ ਕਾਰਪੋਰੇਸ਼ਨ ਨੇ ਜਿਹੜਾ ਹੈ ਇਹਦੀ ਇਸ ਚੀਜ਼ ਦੀ ਜਿਹੜੇ ਵਿੱਚ ਹੈਲਪ ਕੀਤੀ ਸੀ, ਇਸ ਕੰਪੇਨਿੰਗ ਦੇ ਵਿੱਚ ਇੱਕ ਜੋੜੀ ਕਪੜਾ, ਜਿਹਦੇ ਵਿੱਚ ਉਹਨਾਂ ਨੇ ਲੋਕਾਂ ਨੂੰ ਲੋਕਾਂ ਨੂੰ ਕੀ ਕਿਹਾ ਸੀਗਾ ਕਿ ਆਪਣੇ ਕਲੋਥ ਦਾਨ ਦਿਓ, ਤਾਂ ਕਿ ਇਹ ਕਲੋਥ ਅਸੀਂ ਉਹਨਾਂ ਤੱਕ ਪਹੁੰਚਾ ਸਕੀਏ ਜਿਨ੍ਹਾਂ ਨੂੰ ਇਸ ਚੀਜ਼ ਦੀ ਲੋੜ ਹੈ, ਠੀਕ ਹੈ ਨਾ। ਇਹ ਕੰਪੇਨਿੰਗ ਦੇ ਵਿੱਚ ਲੋਕਾਂ ਨੂੰ ਦਾਨ ਕਰਨ ਦੇ ਲਈ, ਕੱਪੜਿਆਂ ਨੂੰ ਦਾਨ ਕਰਨ ਦੇ ਲਈ, ਉਹਨਾਂ ਨੂੰ ਅੱਗੇ ਲੈ ਕੇ ਆਉਣ ਦੇ ਲਈ ਉਹਨਾਂ ਨੇ ਉਹਨਾਂ ਨੂੰ ਜਾਗਰੂਕ ਕੀਤਾ ਕਿ ਤੁਹਾਡੇ ਵੇਸਟ ਕੱਪੜਿਆਂ ਨੂੰ ਸਾਨੂੰ ਦਿਓ, ਤਾਂ ਕਿ ਇਹ ਕੱਪੜੇ ਅਸੀਂ ਉਹਨਾਂ ਤੱਕ ਪਹੁੰਚਾ ਸਕੀਏ ਜਿਨ੍ਹਾਂ ਨੂੰ ਇਸ ਚੀਜ਼ ਦੀ ਲੋੜ ਹੈ। ਸੈਕਿੰਡ ਕੰਪੇਨਿੰਗ, ਲੁੱਕ ਗੁੱਡ ਡੂ ਗੁੱਡ, ਲੁੱਕ ਗੁੱਡ ਡੂ ਗੁੱਡ। ਇਹ ਕਿਹਨੇ ਚਲਾਈ ਸੀ, ਰਾਇਮੰਡ ਨੇ। ਰਾਇਮੰਡ ਦਾ ਨਾਮ ਤਾਂ ਸੁਣਿਆ ਹੋਵੇਗਾ। ਇਹ ਕੰਪੇਨਿੰਗ ਦੇ ਵਿੱਚ ਕਿਹਨੇ ਹੈਲਪ ਕੀਤੀ ਸੀ, ਰਾਇਮੰਡ ਨੇ, ਕੰਪਨੀ ਨੇ ਹੈਲਪ ਕੀਤੀ ਸੀ। ਰਾਇਮੰਡ ਨੇ ਇਸ ਵਿੱਚ ਕੀ ਕੀਤਾ, ਦੇਖੋ ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਲੋਕਾਂ ਨੂੰ ਸਕੀਮ ਦਿੱਤੀ ਕਿ ਤੁਸੀਂ ਆਪਣੇ ਲੁੱਕ ਗੁੱਡ ਡੂ ਗੁੱਡ ਕੰਪੇਨਿੰਗ ਦੇ ਵਿੱਚ ਉਹਨਾਂ ਨੇ ਲੋਕਾਂ ਨੂੰ ਕੀ ਸਕੀਮ ਦਿੱਤੀ ਕਿ ਤੁਸੀਂ ਆਪਣੇ ਪੁਰਾਣੇ ਟਰਾਊਜ਼ਰ, ਜਿਹੜੇ ਤੁਹਾਡੇ ਪੁਰਾਣੇ ਟਰਾਊਜ਼ਰ ਹੈਗੇ ਆ, ਉਹਨਾਂ ਟਰਾਊਜ਼ਰ ਨੂੰ ਸਾਨੂੰ ਜਮ੍ਹਾਂ ਕਰਾਓ, ਠੀਕ ਹੈ। ਉਹਦੇ ਬਦਲੇ ਵਿੱਚ ਅਸੀਂ ਕੀ ਕਰਾਂਗੇ ਕਿ ਤੁਹਾਨੂੰ ਜਿਹੜਾ ਹੈ ਬਿਲਕੁਲ ਫ੍ਰੀ ਆਫ ਕੋਸਟ ਨਵਾਂ ਟਰਾਊਜ਼ਰ ਸਵਾ ਕੇ ਦੇਵਾਂਗੇ। ਮਤਲਬ ਨਵੇਂ ਟਰਾਊਜ਼ਰ ਦੀ ਜਿਹੜੀ ਸਵਾਈ ਹੈ ਉਹ ਤੁਹਾਡੇ ਤੋਂ ਨਹੀਂ ਲਈ ਜਾਏਗੀ, ਤੁਸੀਂ ਆਪਣੇ ਪੁਰਾਣੇ ਟਰਾਊਜ਼ਰ ਸਾਡੇ ਕੋਲ ਜਮ੍ਹਾਂ ਕਰਾਓ ਤੇ ਨਵੇਂ ਟਰਾਊਜ਼ਰ ਫ੍ਰੀ ਸਵਾ ਕੇ ਲੈ ਕੇ ਜਾਓ। ਇਸ ਇਨੀਸ਼ੀਏਟਿਵ ਦਾ ਮੇਨ ਮਤਲਬ ਕੀ ਸੀਗਾ ਕਿ ਲੋਕ ਆਪਣੇ ਪੁਰਾਣੇ ਟਰਾਊਜ਼ਰਸ ਨੂੰ ਲੈ ਕੇ ਆਣ, ਤਾਂ ਕਿ ਉਹਨਾਂ ਟਰਾਊਜ਼ਰਸ ਨੂੰ ਉਹਨਾਂ ਤੱਕ ਪਹੁੰਚਾਇਆ ਜਾ ਸਕੇ ਜਿਨ੍ਹਾਂ ਨੂੰ ਉਸ ਚੀਜ਼ ਦੀ ਲੋੜ ਹੈ। ਇਹਨੇ ਹੈਲਪ ਕਿਹਨੇ ਕੀਤੀ ਸੀ, ਰਾਇਮੰਡ ਨੇ ਕੀਤੀ ਸੀ। ਇਸ ਇੱਕ ਜੋੜੀ ਕੱਪੜਾ ਦੇ ਵਿੱਚ ਕਿਹਨੇ ਕੀਤੀ ਸੀ, ਵਰਲਪੂਲ ਕਾਰਪੋਰੇਸ਼ਨ ਨੇ ਹੈਲਪ ਕੀਤੀ ਸੀ। ਇਹ ਚੀਜ਼ਾਂ ਨੂੰ ਯਾਦ ਰੱਖਿਓ, ਇਹ ਪੇਪਰ ਦੇ ਵਿੱਚ ਬਹੁਤ ਇੰਪੋਰਟੈਂਟ ਹੈ। ਪੇਪਰ ਜੇ ਥੋੜਾ ਜਿਹਾ ਵੀ ਉਹਨਾਂ ਨੇ ਔਖਾ ਕਰਨਾ ਹੋਇਆ ਨਾ, ਤਾਂ ਇਸੇ ਤਰੀਕੇ ਨਾਲ, ਹੋਰ ਕੋਈ ਤਰੀਕਾ ਨਹੀਂ ਹੈਗਾ, ਸਿਰਫ ਇਸੇ ਤਰੀਕੇ ਨਾਲ ਇਸ ਚੀਜ਼ ਨੂੰ ਸਹੀ ਕਰ ਸਕਦੇ। ਥਰਡ, ਫੂਡ ਰਿਲੀਫ। ਦੇਖੋ
ਇਹਨਾਂ ਨੇ ਨਾ ਫੂਡ ਰਿਲੀਫ ਨਾਮ ਦਾ ਇੱਕ ਕੰਪੇਨਿੰਗ ਚਲਾਈ, ਜਿਹਦੇ ਵਿੱਚ ਜਦੋਂ ਜਦੋਂ ਲੋੜ ਪੈਂਦੀ ਸੀ, ਜਦੋਂ ਜਦੋਂ ਕੋਈ ਫਲੱਡ ਆ ਜਾਂਦੇ ਸੀਗੇ, ਜਦੋਂ ਕਦੋਂ ਕੋਈ ਸੁਨਾਮੀ ਆ ਜਾਂਦੀ ਸੀਗੀ, ਠੀਕ ਹੈ, ਜਦੋਂ ਜਦੋਂ ਕੋਈ ਕੁਦਰਤੀ ਆਫਤ ਆ ਜਾਂਦੀ ਸੀ, ਤਾਂ ਇਹ ਸੰਸਥਾ ਉੱਥੇ ਭੱਜ ਤੜ ਕੇ ਅੱਗੇ ਜਾ ਕੇ ਕੰਮ ਕਰਦੀ। ਜਿਵੇਂ ਦੇਖੋ 2013 ਦੇ ਵਿੱਚ ਯੂਕੇ ਯੂਨਾਈਟਿਡ ਉੱਤਰਾਖੰਡ ਦੇ ਵਿੱਚ ਪ੍ਰੋਬਲਮ ਆਈ, 2014 ਦੇ ਵਿੱਚ ਕਸ਼ਮੀਰ ਦੇ ਵਿੱਚ ਜਿਹੜਾ ਹੈਗਾ ਕੁਦਰਤੀ ਆਫਤਾਂ ਦਾ ਸਾਹਮਣਾ ਕਰਨਾ ਪਿਆ, 2018 ਦੇ ਵਿੱਚ ਕੇਰਲਾ, ਠੀਕ ਹੈ, ਕੇਰਲਾ ਦੇ ਵਿੱਚ ਜਿਹੜੀ ਹੈਗੀਆਂ ਕੁਦਰਤੀ ਆਫਤਾਵਾਂ ਆਈਆਂ। ਤਾਂ ਇਹ ਸੰਸਥਾ ਨੇ ਅੱਗੇ ਵੱਧ ਕੇ, ਗੂੰਜ ਸੰਸਥਾ ਨੇ ਇਹਨਾਂ ਦੇ ਵਿੱਚ ਅੱਗੇ ਵੱਧ ਕੇ ਹਿੱਸਾ ਲਿਆ, ਲੋਕਾਂ ਦੇ ਲਈ ਕੰਮ ਕੀਤੇ, ਲੋਕਾਂ ਨੂੰ ਫੂਡ ਪ੍ਰੋਵਾਈਡ ਕੀਤਾ, ਉਹਨਾਂ ਨੂੰ ਰਹਿਣ ਦੀ ਜਗ੍ਹਾ ਪ੍ਰੋਵਾਈਡ ਕੀਤੀ, ਤੇ ਉੱਥੇ ਜੋ ਵੀ ਪ੍ਰੋਬਲਮ ਕਿਸੇ ਬੱਚੇ ਨੂੰ ਵੱਡੇ ਨੂੰ ਸਾਹਮਣੇ ਆ ਰਹੀ ਸੀ, ਇਹਨਾਂ ਨੇ ਉਹਦਾ ਸਾਹਮਣਾ ਕੀਤਾ। ਤਾਂ ਦੇਖੋ ਬੱਚੇ, ਅੱਜ ਆਪਾਂ ਕਾਫੀ ਆਰਗੇਨਾਈਜੇਸ਼ਨ, ਚਾਈਲਡ ਕੇਅਰ ਆਰਗੇਨਾਈਜੇਸ਼ਨ ਬਾਰੇ ਗੱਲ ਕੀਤੀ, ਕਾਫੀ ਇੰਪੋਰਟੈਂਟ ਹੈ ਤੁਹਾਡੇ ਪੇਪਰ ਦੇ ਪੁਆਇੰਟ ਆਫ ਵਿਊ ਨਾਲ। ਕੁਝ ਹੋਰ ਵੀ ਆਰਗੇਨਾਈਜੇਸ਼ਨ ਹੈਗੀਆਂ ਜਿਹੜੀਆਂ ਆਪਾਂ ਨੈਕਸਟ ਲੈਕਚਰ ਦੇ ਵਿੱਚ ਆਪਾਂ ਆਪਣੀਆਂ ਕਵਰ ਕਰ ਦਾਂਗੇ। ਥੈਂਕ ਯੂ ਸਟੂਡੈਂਟਸ। ਤੁਹਾਨੂੰ ਜੇ ਸਾਡਾ ਲੈਕਚਰ ਅੱਛਾ ਲੱਗਿਆ ਹੋਵੇ ਤਾਂ ਪਲੀਜ਼ ਇੱਕ ਲਾਈਕ ਕਰ ਦਿਆ ਕਰੋ, ਸ਼ੇਅਰ ਕਰ ਦਿਆ ਕਰੋ, ਸਬਸਕ੍ਰਾਈਬ ਕਰ ਦਿਆ ਕਰੋ। ਤੁਹਾਡੇ ਸ਼ੇਅਰ ਕਰਨ ਨਾਲ ਦੇਖੋ ਬੈਨੀਫਿਟ ਕੀ ਹੋਏਗਾ, ਉਹਨਾਂ ਬੱਚਿਆਂ ਤੱਕ ਇਹ ਲੈਕਚਰ ਪਹੁੰਚ ਸਕੇਗਾ ਜਿਹੜੇ ਬੱਚੇ ਸ਼ਾਇਦ ਜਿਹੜੇ ਹੈਗੇ ਆ ਇਹ ਲੈਕਚਰਸ ਨੂੰ ਪਰਚੇਜ਼ ਨਹੀਂ ਕਰ ਪਾ ਰਹੇ, ਅਕੈਡਮੀਜ਼ ਨੂੰ ਜੁਆਇਨ ਨਹੀਂ ਕਰ ਪਾ ਰਹੇ, ਉਹ ਬੱਚੇ ਵੀ ਜਿਹੜੇ ਹੈਗੇ ਆ ਲੈਕਚਰ ਸੁਣ ਪਾਣਗੇ। ਥੈਂਕ ਯੂ ਵੈਰੀ ਮਚ।